ਕਾਂਗਰਸ ਵੱਲੋਂ ਦੇਸ਼ ਭਰ ਵਿੱਚ ਲਗਾਤਾਰ ਵੱਧਦੀ ਜਾ ਰਹੀ ਮਹਿੰਗਾਈ ਅਤੇ ਖਾਸ ਤੌਰ 'ਤੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਹੋ ਰਹੇ ਵਾਧੇ ਵਿਰੁੱਧ ਕੀਤੇ ਗਏ ਦੇਸ਼ ਪੱਧਰੀ ਪ੍ਰਦਰਸ਼ਨ ਨੇ ਜਿੱਥੇ ਸਰਕਾਰ ਅਤੇ ਪ੍ਰਸ਼ਾਸਨ ਦਾ ਧਿਆਨ ਇਸ ਪਾਸੇ ਵੱਲ ਦਿਵਾਇਆ ਹੈ, ਉੱਥੇ ਇਹ ਵੀ ਮਹਿਸੂਸ ਹੋਇਆ ਹੈ ਕਿ ਦੇਰ ਨਾਲ ਹੀ ਸਹੀ ਕਿਸੇ ਨੂੰ ਤਾਂ ਆਮ ਲੋਕਾਂ ਦੀ ਚਿੰਤਾ ਹੋਈ ਡੰਡੀ। ਇਹਨਾਂ ਪ੍ਰਦਰਸ਼ਨਾਂ ਦੌਰਾਨ ਨਾ ਸਿਰਫ ਕਾਂਗਰਸ ਦੇ ਵਰਕਰਾਂ ਵੱਲੋਂ ਹਰੇਕ ਵੱਡੇ ਸ਼ਹਿਰ ਵਿੱਚ ਪ੍ਰਦਰਸ਼ਨ ਕੀਤੇ ਗਏ, ਸਗੋਂ ਕਈ ਥਾਵਾਂ 'ਤੇ ਸਰਕਾਰ ਦੇ ਪੁਤਲੇ ਵੀ ਸਾੜੇ ਗਏ ਡੰਡੀ। ਪੰਜਾਬ ਅਤੇ ਹਰਿਆਣਾ ਵਿੱਚ ਕਾਂਗਰਸੀ ਵਰਕਰਾਂ ਨੇ ਵੱਖ-ਵੱਖ ਸ਼ਹਿਰਾਂ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ ਡੰਡੀ। ਨਵੀਂ ਦਿੱਲੀ ਵਿੱਚ ਕਾਂਗਰਸ ਦੇ ਵਰਕਰਾਂ ਨੇ ਟਾਂਗੇ 'ਤੇ ਸਫ਼ਰ ਕਰਕੇ ਅਤੇ ਅੰਮ੍ਰਿਤਸਰ ਵਿੱਚ ਇੱਕ ਪੁਰਾਣੀ ਕਾਰ ਨੂੰ ਰੇੜੇ 'ਤੇ ਲੱਦ ਕੇ ਪ੍ਰਦਰਸ਼ਨ ਕੀਤਾ ਡੰਡੀ। ਪਰ ਇਸ ਪ੍ਰਦਰਸ਼ਨ ਨਾਲ ਇੱਕ ਪੱਖ ਇਹ ਵੀ ਉੱਭਰਿਆ ਹੈ ਕਿ ਦੇਸ਼ ਦੇ ਆਮ ਲੋਕ ਇੱਕ ਪਾਸੇ ਕਰੋਨਾ ਮਹਾਮਾਰੀ ਤੋਂ ਪੀੜਤ ਹਨ ਅਤੇ ਦੂਜੇ ਪਾਸੇ ਉਹਨਾਂ ਨੂੰ ਮਹਿੰਗਾਈ ਦੀ ਮਾਰ ਨਾਲ ਹੋਰ ਝੰਬਿਆ ਜਾ ਰਿਹਾ ਹੈ ਡੰਡੀ। ਕਰੋਨਾ ਮਹਾਮਾਰੀ ਕਾਰਨ ਲੋਕਾਂ ਦੇ ਹਰੇਕ ਤਰ੍ਹਾਂ ਦੇ ਕੰਮ ਧੰਦੇ ਪ੍ਰਭਾਵਿਤ ਹੋਏ ਹਨ ਡੰਡੀ। ਕਰੋੜਾਂ ਪਰਿਵਾਰਾਂ ਦੀ ਰੋਟੀ ਰੋਜੀ ਖੁੱਸ ਗਈ ਹੈ ਡੰਡੀ। ਸਿਹਤ ਸੰਬੰਧੀ ਖਰਚਾ ਵਧਿਆ ਹੈ ਡੰਡੀ। ਆਮ ਆਦਮੀ ਦਾ ਘਰੇਲੂ ਬਜਟ ਪੂਰੀ ਤਰ੍ਹਾਂ ਲੜਖੜਾ ਗਿਆ ਹੈ ਡੰਡੀ। ਖਾਣ ਪੀਣ ਵਾਲੀ ਹਰੇਕ ਵਸਤੂ ਦੀਆਂ ਕੀਮਤਾਂ 2 ਤੋਂ 3 ਗੁਣਾ ਵੱਧ ਗਈਆਂ ਹਨ ਡੰਡੀ। ਦਾਲਾਂ, ਖਾਣ ਵਾਲੇ ਤੇਲ ਅਤੇ ਫਲ ਸਬਜ਼ੀਆਂ ਦੀਆਂ ਕੀਮਤਾਂ ਵੀ ਅਸਮਾਨ ਨੂੰ ਛੂਹ ਰਹੀਆਂ ਹਨ ਡੰਡੀ। ਸਮੱਸਿਆ ਇਹ ਵੀ ਸਾਹਮਣੇ ਆਈ ਹੈ ਕਿ ਦੇਸ਼ ਦੀਆਂ ਕਰੀਬ ਸਾਰੀਆਂ ਰਾਜਨੀਤਿਕ ਪਾਰਟੀਆਂ ਇਸ ਮੁੱਦੇ 'ਤੇ ਮੂਕ ਦਰਸ਼ਕ ਬਣੀਆਂ ਦਿਖਾਈ ਦਿੰਦੀਆਂ ਹਨ ਡੰਡੀ। ਕਾਂਗਰਸ ਦੀਆਂ ਸਰਕਾਰਾਂ ਸਮੇਂ ਵੀ ਮਹਿੰਗਾਈ ਵੱਧਦੀ ਸੀ, ਪਰ ਮੌਜੂਦਾ ਸਮੇਂ ਜਿਹੀ ਭਿਆਨਕ ਸਥਿਤੀ ਕਦੇ ਨਹੀਂ ਬਣੀ ਸੀ ਡੰਡੀ। ਅੱਜ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਨੇ ਹੁਣ ਤੱਕ ਸਾਰੇ ਰਿਕਾਰਡ ਤੋੜ ਦਿੱਤੇ ਹਨ ਡੰਡੀ। ਰਸੋਈ ਗੈਸ ਦਾ ਸਿਲੰਡਰ ਦੁੱਗਣਾ ਮਹਿੰਗਾ ਹੋਇਆ ਹੈ ਡੰਡੀ। ਦਾਲਾਂ, ਘਿਓ, ਸਰੋਂ ਦਾ ਤੇਲ ਅਤੇ ਮਸਾਲਿਆਂ ਆਦਿ ਦੀਆਂ ਕੀਮਤਾਂ ਵਿੱਚ ਵੀ ਬੇਤਹਾਸ਼ਾ ਵਾਧਾ ਹੋਇਆ ਹੈ ਡੰਡੀ। ਸਰਕਾਰ ਨੇ ਖੁਦ ਬੱਸ ਅਤੇ ਰੇਲ ਦੇ ਕਿਰਾਏ ਵਿੱਚ ਵਾਧਾ ਕੀਤਾ ਹੈ ਡੰਡੀ। ਇਹਨਾਂ ਸਾਰੇ ਕਾਰਨਾਂ ਕਰਕੇ ਆਮ ਆਦਮੀ ਬੇਹੱਦ ਪਰੇਸ਼ਾਨ ਹੈ ਡੰਡੀ। ਪਰ ਪਿਛਲੇ 7 ਸਾਲਾਂ ਦੌਰਾਨ ਕਿਸੇ ਵੀ ਵਿਰੋਧੀ ਪਾਰਟੀ ਨੇ ਮਹਿੰਗਾਈ ਵਿਰੁੱਧ ਹਾਂ ਦਾ ਨਾਅਰਾ ਨਹੀਂ ਮਾਰਿਆ ਡੰਡੀ। ਇੱਥੋਂ ਤੱਕ ਕਿ ਪਿਛਲੇ ਮਹੀਨੇ ਹੋਈਆਂ 5 ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੀ ਮਹਿੰਗਾਈ ਕੋਈ ਮੁੱਦਾ ਨਹੀਂ ਬਣ ਸਕੀ ਡੰਡੀ। ਪਰ ਹੁਣ ਦੇਰ ਨਾਲ ਹੀ ਸਹੀ ਗਨੀਮਤ ਦੀ ਗੱਲ ਹੈ ਕਿ ਕਿਸੇ ਵਿਰੋਧੀ ਪਾਰਟੀ ਨੇ ਤਾਂ ਮਹਿੰਗਾਈ ਦੀ ਗੱਲ ਕੀਤੀ ਡੰਡੀ। ਕਿਸੇ ਨੇ ਤਾਂ ਗਰੀਬ ਅਤੇ ਆਮ ਆਦਮੀ ਦਾ ਹੱਥ ਫੜਨ ਦਾ ਯਤਨ ਕੀਤਾ ਡੰਡੀ। ਕਰੋਨਾ ਮਹਾਮਾਰੀ ਦੀ ਦੂਜੀ ਲਹਿਰ ਘਟ ਰਹੀ ਹੈ ਡੰਡੀ। ਮਹਾਮਾਰੀ ਫੈਲਣ ਪਿੱਛੇ ਆਮ ਅਤੇ ਗਰੀਬ ਲੋਕਾਂ ਦੀ ਭੁੱਖ ਅਤੇ ਬੇਰੁਜ਼ਗਾਰੀ ਵੀ ਜਵਾਬਦੇਹ ਹੈ ਡੰਡੀ। ਮੌਜੂਦਾ ਮਹਿੰਗਾਈ ਲਈ ਕੇਂਦਰ ਸਰਕਾਰ ਦੀਆਂ ਨੀਤੀਆਂ ਸਿੱਧੇ ਤੌਰ 'ਤੇ ਜਵਾਬਦੇਹ ਹਨ ਡੰਡੀ। ਮੌਜੂਦਾ ਭਾਜਪਾ ਸਰਕਾਰ ਦੀ ਪਹਿਲੀ ਪਾਰੀ ਦੌਰਾਨ ਵੀ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਨੂੰ ਅੰਤਰਰਾਸ਼ਟਰੀ ਮੰਡੀ ਨਾਲ ਜੋੜਨ ਅਤੇ ਇਸ ਦੀਆਂ ਕੀਮਤਾਂ ਨੂੰ ਵਸਤੂ ਅਤੇ ਸੇਵਾ ਕਰ GST ਅਧੀਨ ਲਿਆਉਣ ਦੇ ਐਲਾਨ ਕੀਤੇ ਗਏ ਸਨ, ਪਰ ਕੀਮਤਾਂ ਵਧਣ 'ਤੇ ਦੇਸ਼ 'ਚ ਕੀਮਤਾਂ
ਵਧੀਆਂ ਹਨ, ਪਰ ਅੰਤਰਰਾਸ਼ਟਰੀ ਮੰਡੀ ਵਿੱਚ ਕੀਮਤਾਂ ਘੱਟ ਹੋਣ ਤੇ ਦੇਸ਼ ਵਿੱਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਘੱਟ ਨਹੀਂ ਹੁੰਦੀਆਂ। ਡੰਡੀ ਇੱਥੋਂ ਤੱਕ ਕਿ ਕਈ ਵਾਰ ਵਧੇਰੇ ਟੈਕਸ ਵੀ ਇਹਨਾਂ ਕੀਮਤਾਂ ਵਿੱਚ ਜੋੜ ਦਿੱਤੇ ਜਾਂਦੇ ਹਨ। ਡੰਡੀ ਅਸੀਂ ਸਮਝਦੇ ਹਾਂ ਕਿ ਕਿਸੇ ਨਾ ਕਿਸੇ ਰਾਜਸੀ ਪਾਰਟੀ ਨੂੰ ਆਮ ਲੋਕਾਂ ਦੀ ਆਵਾਜ਼ ਬਣਨ ਲਈ ਅੱਗੇ ਆਉਣਾ ਚਾਹੀਦਾ ਸੀ। ਡੰਡੀ ਹੁਣ ਦੇਰ ਨਾਲ ਹੀ ਸਹੀ ਕਾਂਗਰਸ ਨੇ ਇਸ ਮੁੱਦੇ ਨੂੰ ਚੁੱਕਿਆ ਹੈ। ਡੰਡੀ ਆਸ ਕੀਤੀ ਜਾਣੀ ਚਾਹੀਦੀ ਹੈ ਕਿ ਇਹ ਆਵਾਜ਼ ਸਰਕਾਰ ਦੇ ਕੰਨਾਂ ਤੱਕ ਜ਼ਰੂਰ ਪਹੁੰਚੇਗੀ ਅਤੇ ਸਰਕਾਰ ਆਮ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਕੋਈ ਹੱਲ ਜ਼ਰੂਰ ਕੱਢੇਗੀ। ਡੰਡੀ ਪਿਛਲੇ ਦਿਨੀਂ 9 ਜੂਨ ਅਜੀਤ 'ਚ ਲੱਗੀ ਖਬਰ ਨੂੰ ਪੜ੍ਹਿਆ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ NGT ਨੇ ਘੱਗਰ ਦਰਿਆ 'ਚ ਰੋੜੇ ਜਾ ਰਹੇ ਪ੍ਰਦੂਸ਼ਿਤ ਪਾਣੀ ਨੂੰ ਰੋਕਣ 'ਚ ਅਸਫਲ ਰਹਿਣ ਤੇ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਸਰਕਾਰਾਂ ਦੀ ਖਿਚਾਈ ਕੀਤੀ ਹੈ। ਡੰਡੀ NGT ਦੇ ਉਠਾਏ ਗਏ ਕਦਮ ਦੀ ਸ਼ਲਾਘਾ ਕਰਨੀ ਬਣਦੀ ਹੈ, ਕਿਉਂਕਿ ਘੱਗਰ ਦਰਿਆ 'ਚ ਸਰਕਾਰੀ ਦਰਬਾਰੇ ਪਹੁੰਚ ਰੱਖਣ ਵਾਲੇ ਕਾਰੋਬਾਰੀਆਂ ਦੀਆਂ ਫੈਕਟਰੀਆਂ ਦਾ ਅਤੇ ਚੰਡੀਗੜ੍ਹ ਸਮੇਤ ਹੋਰ ਕਈ ਖੇਤਰਾਂ ਦਾ ਸੀਵਰੇਜ ਦਾ ਗੰਦਾ ਅਤੇ ਅਤਿ ਜ਼ਹਿਰੀਲਾ ਪਾਣੀ ਬਿਨਾਂ ਰੋਕ ਟੋਕ ਨਿਰੰਤਰ ਪਾਇਆ ਜਾ ਰਿਹਾ ਹੈ। ਡੰਡੀ ਇਸ ਗੰਭੀਰ ਮਾਮਲੇ ਸੰਬੰਧੀ ਪਹਿਲਾਂ ਵੀ ਬਥੇਰੀ ਵਾਰ ਸੰਬੰਧਿਤ ਸਰਕਾਰਾਂ ਦੀ ਝਾੜ ਝੰਬ ਹੋਈ ਹੈ। ਡੰਡੀ ਪਰੰਤੂ ਬਰਨਾਲਾ ਉੱਥੇ ਦਾ ਉੱਥੇ ਹੀ ਰਹਿੰਦਾ ਹੈ। ਡੰਡੀ ਅਸਲ ਵਿੱਚ ਚੰਡੀਗੜ੍ਹ ਪ੍ਰਸ਼ਾਸਨ, ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਸਰਕਾਰਾਂ ਇਸ ਮੁੱਦੇ ਪ੍ਰਤੀ ਚਿੰਤਤ ਹੀ ਨਹੀਂ ਹਨ। ਡੰਡੀ ਸਾਡੀ ਉਕਤ ਸਰਕਾਰਾਂ ਨੂੰ ਪੁਰਜ਼ੋਰ ਅਪੀਲ ਹੈ ਕਿ ਵੋਟਾਂ ਦੀ ਰਾਜਨੀਤੀ ਅਤੇ ਫੈਕਟਰੀਆਂ ਵਾਲੇ ਸਰਮਾਏਦਾਰਾਂ ਆਦਿ ਨਾਲ ਯਾਰੀਆਂ ਪਗਾਉਣ ਦੀ ਕੋਝੀ ਨੀਤੀ ਨੂੰ ਵਿਰਾਮ ਦੇ ਕੇ ਘੱਗਰ ਦਰਿਆ 'ਚ ਗੰਦਮੰਦ ਸੁੱਟਣਾ ਤੁਰੰਤ ਬੰਦ ਕਰਵਾਇਆ ਜਾਵੇ, ਤਾਂ ਜੋ ਵਾਤਾਵਰਣ ਅਤੇ ਬੇਕਸੂਰ ਲੋਕਾਂ ਦੀਆਂ ਕੀਮਤੀ ਜ਼ਿੰਦਗੀਆਂ ਨਾਲ ਖਿਲਵਾੜ ਹੋਣਾ ਰੁਕ ਸਕੇ। ਡੰਡੀ ਵਿਸ਼ਵ ਖੂਨਦਾਨੀ ਦਿਵਸ ਦਾ ਆਪਣਾ ਹੀ ਮਾਣਮੱਤਾ ਇਤਿਹਾਸ ਹੈ। ਡੰਡੀ ਇਹ ਉਹ ਦਿਨ ਹੈ ਜਦੋਂ ਮਨੁੱਖਤਾ ਵੱਲੋਂ ਨਵਾਂ ਜੀਵਨ ਦੇਣ ਦੇ ਮੌਕਿਆਂ ਭਾਵ ਖੂਨ ਦੇ AB ਅਤੇ O ਗਰੁੱਪਾਂ ਦੀ ਮਹਾਨ ਖੋਜ ਹੋਈ ਸੀ। ਡੰਡੀ ਇਹ ਖੋਜ ਆਸਟ੍ਰੇਲੀਆ ਦੇ ਸ਼ਹਿਰ ਵਿਆਨਾ ਵਿਖੇ 14 ਜੂਨ 1868 ਨੂੰ ਜਨਮੇ ਕਾਰਲ ਲੈਂਡਸਟੀਨਰ ਨੇ ਕੀਤੀ ਸੀ। ਡੰਡੀ ਇਸੇ ਲਈ ਇਸ ਦਿਨ ਨੂੰ ਵਿਸ਼ਵ ਖੂਨਦਾਨੀ ਦਿਵਸ ਦੇ ਤੌਰ 'ਤੇ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਡੰਡੀ ਕਾਰਲ ਲੈਂਡਸਟੀਨਰ ਮਹਾਨ ਜੀਵ ਵਿਗਿਆਨੀ ਅਤੇ ਚਿਕਿਤਸਕ ਵਜੋਂ ਜਾਣੇ ਜਾਂਦੇ ਹਨ। ਡੰਡੀ ਉਹਨਾਂ ਦੇ ਪਿਤਾ ਲਿਓਪੋਲਡ ਵਿਆਨਾ ਸ਼ਹਿਰ ਦੇ ਮਸ਼ਹੂਰ ਪੱਤਰਕਾਰ ਸਨ। ਡੰਡੀ ਕਾਰਲ ਲੈਂਡਸਟੀਨਰ ਅਜੇ ਮਹਿਜ 6 ਸਾਲਾਂ ਦੇ ਸਨ ਜਦੋਂ ਉਹਨਾਂ ਦੇ ਪਿਤਾ ਇਸ ਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਏ ਸਨ। ਡੰਡੀ ਮਾਤਾ ਫੈਨੀ ਨੇ ਉਹਨਾਂ ਦਾ ਪਾਲਣ ਪੋਸ਼ਣ ਕੀਤਾ। ਡੰਡੀ ਕਾਰਲ ਲੈਂਡਸਟੀਨਰ ਸ਼ੁਰੂ ਤੋਂ ਹੀ ਵਿਗਿਆਨਕ ਖੋਜਾਂ ਵਿੱਚ ਰੁਚੀ ਰੱਖਦੇ ਸਨ। ਡੰਡੀ ਉਹਨਾਂ ਦੀ ਬੁੱਧੀ ਅਤੇ ਸੂਝ-ਬੂਝ ਦਾ ਲੋਹਾ ਪੂਰੇ ਵਿਸ਼ਵ ਭਰ ਵਿੱਚ ਮੰਨਿਆ ਗਿਆ। ਡੰਡੀ ਰੌਸ਼ਨ ਦਿਮਾਗ ਇਸ ਵਿਗਿਆਨੀ ਨੇ ਜਵਾਨ ਉਮਰ
ਉਮਰੇ ਹੀ ਵਿਸ਼ਵ ਭਰ ਵਿੱਚ ਉਹ ਨਾਮਨਾ ਖੱਟ ਲਿਆ ਸੀ ਜੋ ਵਿਰਲਿਆਂ ਦੇ ਹੀ ਹਿੱਸੇ ਆਉਂਦਾ ਹੈ ਡੰਡੀ। ਇਸ ਮਹਾਨ ਵਿਗਿਆਨੀ ਕਾਰਨ ਲੈਂਡਸਟੀਨਰ ਨੇ ਆਪਣੀ ਦੁਰਲੱਭ ਖੋਜ ਰਾਹੀਂ ਇਹ ਪਤਾ ਲਗਾਇਆ ਸੀ ਕਿ ਹਰੇਕ ਵਿਅਕਤੀ ਦਾ ਖੂਨ ਦੂਜੇ ਵਿਅਕਤੀ ਨੂੰ ਦਿੱਤਾ ਜਾ ਸਕਦਾ ਹੈ, ਕਿਉਂਕਿ ਹਰੇਕ ਵਿਅਕਤੀ ਦੇ ਖੂਨ ਦਾ ਗਰੁੱਪ ਇੱਕ ਖਾਸ ਕਿਸਮ ਦਾ ਹੁੰਦਾ ਹੈ ਡੰਡੀ ਭਰਾ। ਸੰਨ 1901 ਦੌਰਾਨ ਕਾਰਲ ਲੈਂਡਸਟੀਨਰ ਨੇ ਇਨਸਾਨੀ ਖੂਨ ਦੇ AB ਅਤੇ O ਪੋਜ਼ਿਟਿਵ ਅਤੇ ਨੈਗੇਟਿਵ ਖੂਨ ਦੇ ਗਰੁੱਪਾਂ ਦੇ ਹੀ ਨਹੀਂ ਸਗੋਂ ਖੂਨ ਵਿਚਲੇ ਇੱਕ ਅਹਿਮ ਤੱਤ RH ਫੈਕਟਰ ਦੀ ਵੀ ਖੋਜ ਕੀਤੀ ਸੀ ਡੰਡੀ। ਉਹਨਾਂ ਵੱਲੋਂ ਕੀਤੀ ਗਈ ਇਸ ਮਹਾਨ ਖੋਜ ਸਦਕਾ ਹੀ ਅੱਜ ਵਿਸ਼ਵ ਭਰ ਵਿੱਚ ਮਰੀਜ਼ਾਂ ਦੀ ਜ਼ਿੰਦਗੀ ਨੂੰ ਖਤਰੇ ਵਿੱਚ ਪਾਏ ਬਿਨਾਂ ਬਲੱਡ ਟ੍ਰਾਂਸਫਿਊਜ਼ਨ ਦਾ ਕੰਮ ਚੱਲ ਰਿਹਾ ਹੈ ਡੰਡੀ। ਸੰਨ 1930 ਵਿੱਚ ਇਸ ਮਹਾਨ ਵਿਗਿਆਨੀ ਨੂੰ ਸਰੀਰ ਕਿਰਿਆ ਵਿਗਿਆਨ ਅਤੇ ਮੈਡੀਸਨ ਦੇ ਖੇਤਰ ਵਿੱਚ ਕੀਤੀਆਂ ਮਹਾਨ ਖੋਜਾਂ ਲਈ ਵਿਸ਼ਵ ਦਾ ਮੰਨਿਆ ਪ੍ਰਮੰਨਿਆ ਨੋਬਲ ਪੁਰਸਕਾਰ ਵੀ ਪ੍ਰਦਾਨ ਕੀਤਾ ਗਿਆ ਸੀ ਡੰਡੀ। ਉਹਨਾਂ ਨੂੰ ਟ੍ਰਾਂਸਫਿਊਜ਼ਨ ਮੈਡੀਸਨ ਦੇ ਪਿਤਾਮਾ ਵੀ ਕਿਹਾ ਜਾਂਦਾ ਹੈ ਡੰਡੀ। ਇੱਥੇ ਹੀ ਬਸ ਨਹੀਂ, 1909 ਵਿੱਚ ਇਸ ਵਿਗਿਆਨੀ ਨੇ ਐਰਵਿਨ ਪੂਪਰ ਨਾਲ ਰਲ ਕੇ ਪੋਲੀਓ ਵਾਇਰਸ ਦੀ ਖੋਜ ਵੀ ਕੀਤੀ ਸੀ ਡੰਡੀ। ਆਪਣੀਆਂ ਮਹਾਨ ਪ੍ਰਾਪਤੀਆਂ ਦੀ ਪੈੜ ਦੁਨੀਆ ਭਰ ਵਿੱਚ ਛੱਡਦੇ ਹੋਇਆਂ ਇਸ ਵਿਲੱਖਣ ਵਿਗਿਆਨੀ ਨੇ ਆਖਰ 26 ਜੂਨ 1943 ਨੂੰ 75 ਸਾਲ ਦੀ ਉਮਰ ਭੋਗ ਕੇ ਖੁਦ ਨੂੰ ਸੰਸਾਰ ਤੋਂ ਹਮੇਸ਼ਾ ਲਈ ਦੂਰ ਤਾਂ ਕਰ ਲਿਆ, ਪਰੰਤੂ ਇਸ ਮਹਾਨ ਵਿਗਿਆਨੀ ਵੱਲੋਂ ਮਾਨਵਤਾ ਦੀ ਭਲਾਈ ਲਈ ਖੂਨਦਾਨ ਦੇ ਖੇਤਰ ਵਿੱਚ ਕੀਤੀ ਗਈ ਮਹਾਨ ਖੋਜ ਸਦਕਾ ਆਪਣੇ ਆਪ ਨੂੰ ਸਦਾ ਲਈ ਅਮਰ ਵੀ ਕਰ ਲਿਆ ਗਿਆ ਡੰਡੀ। ਦੁਨੀਆ ਭਰ ਵਿੱਚ 14 ਜੂਨ ਨੂੰ ਵਿਸ਼ਵ ਖੂਨਦਾਨੀ ਦਿਵਸ ਦੇ ਤੌਰ 'ਤੇ ਮਨਾਇਆ ਜਾਂਦਾ ਹੈ ਡੰਡੀ। ਸਟਾਰਟ। ਪੰਜਾਬ ਵਿੱਚ ਝੋਨੇ ਦੀ ਕਟਾਈ ਪੂਰੇ ਜੋਬਨ 'ਤੇ ਹੈ ਡੰਡੀ। ਪਿਛਲੇ ਸਾਲਾਂ ਵਾਂਗ ਇਸ ਸਾਲ ਵੀ ਬਿਹਾਰ ਅਤੇ ਪੂਰਬੀ ਯੂਪੀ ਦੇ ਵਸਨੀਕ ਹਜ਼ਾਰਾਂ ਦੀ ਗਿਣਤੀ ਵਿੱਚ ਦਿਨ ਰਾਤ ਖੇਤਾਂ ਵਿੱਚ ਕੰਮ ਕਰ ਰਹੇ ਹਨ ਡੰਡੀ। ਉਹ ਇੱਥੇ ਬਹੁਤ ਸਾਰੀ ਕਮਾਈ ਕਰਨ ਤੋਂ ਪਿੱਛੋਂ ਆਪਣੇ ਘਰਾਂ ਨੂੰ ਵਾਪਸ ਚਲੇ ਜਾਣਗੇ ਡੰਡੀ। ਕਿਸਾਨ ਹਾੜੀ ਦੀ ਬਿਜਾਈ ਲਈ ਖੇਤਾਂ ਨੂੰ ਛੇਤੀ ਤੋਂ ਛੇਤੀ ਖਾਲੀ ਕਰਵਾਉਣਾ ਚਾਹੁੰਦੇ ਹਨ ਡੰਡੀ। ਬਾਹਰ ਤੋਂ ਵੱਡੀ ਮਾਤਰਾ 'ਤੇ ਮਜ਼ਦੂਰਾਂ ਦੇ ਆ ਜਾਣ ਨਾਲ ਕਟਾਈ ਦੀ ਮਜ਼ਦੂਰੀ ਘਟਾ ਕੇ 175 ਰੁਪਏ ਪ੍ਰਤੀ ਏਕੜ ਕਰ ਦਿੱਤੀ ਗਈ ਹੈ ਡੰਡੀ। ਇਸ ਤੋਂ ਪਹਿਲਾਂ ਕੰਬਾਈਨਾਂ ਵਾਲਿਆਂ ਨੇ ਆਪਣੀ ਯੂਨੀਅਨ ਬਣਾ ਕੇ ਇਹ ਰੇਟ 230 ਰੁਪਏ ਪ੍ਰਤੀ ਏਕੜ ਤੋਂ ਘੱਟ ਪ੍ਰਵਾਨ ਨਾ ਕਰਨ ਦਾ ਫੈਸਲਾ ਵੀ ਕੀਤਾ ਸੀ ਡੰਡੀ। 1971 ਤੋਂ ਪਿੱਛੋਂ ਇਹ ਪਹਿਲੀ ਵਾਰ ਵੇਖਿਆ ਗਿਆ ਹੈ ਕਿ ਬਾਹਰੋਂ ਮੰਗਵਾਈਆਂ ਗਈਆਂ ਕੰਬਾਈਨਾਂ ਵਿੱਚੋਂ ਬਹੁਤ ਵੱਡੀ ਗਿਣਤੀ ਵਿੱਚ ਕੰਬਾਈਨਾਂ ਨਿਕੰਮੀਆਂ ਤੇ ਵਿਹਲੀਆਂ ਪਈਆਂ ਹਨ ਡੰਡੀ। ਕਿਸਾਨ ਇਹਨਾਂ ਤੋਂ ਕੋਈ ਵੀ ਕੰਮ ਨਹੀਂ ਲੈ ਰਹੇ ਕਿਉਂਕਿ ਮਜ਼ਦੂਰਾਂ ਰਾਹੀਂ ਕਟਾਈ ਤੇ ਚੜ੍ਹਾਈ ਸਸਤੀ ਪੈ ਰਹੀ ਹੈ ਡੰਡੀ। ਮਜ਼ਦੂਰ 175 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮਜ਼ਦੂਰੀ ਲੈ ਕੇ ਅੱਧੀ ਰਾਤ ਤੱਕ ਕਟਾਈ ਮੁਕੰਮਲ ਕਰ ਲੈਂਦੇ ਹਨ ਤੇ ਅਗਲੇ ਦਿਨ ਚੜ੍ਹਾਈ ਕਰ ਦਿੰਦੇ ਹਨ ਡੰਡੀ। ਇਹ ਵੀ ਹੈਰਾਨੀ ਵਾਲੀ ਗੱਲ ਹੈ ਕਿ
ਮੁਜ਼ਾਹਰੇ ਅਤੇ ਸੀਰੀ ਵੀ ਯੂਪੀ ਤੇ ਬਿਹਾਰ ਤੋਂ ਆਉਣ ਵਾਲੇ ਖੇਤ ਮਜ਼ਦੂਰਾਂ ਤੋਂ ਕੰਮ ਕਰਵਾਉਣ ਵਿੱਚ ਆਪਣੀ ਤਸੱਲੀ ਸਮਝਦੇ ਹਨ। ਡੰਡੀ ਪੰਜਾਬੀ ਖੇਤ ਮਜ਼ਦੂਰ ਕਿਤੇ ਕਿਤੇ ਹੀ ਨਜ਼ਰ ਆਉਂਦਾ ਹੈ। ਡੰਡੀ ਬਿਹਾਰ ਦੇ ਮਜ਼ਦੂਰਾਂ ਨੇ ਵੀ ਚੰਗੀ ਤਰ੍ਹਾਂ ਸਿਖਲਾਈ ਪ੍ਰਾਪਤ ਕਰ ਲਈ ਹੈ ਅਤੇ ਉਹ ਆਪਣਾ ਕੰਮ ਬਹੁਤ ਜਲਦੀ ਕਰਦੇ ਹਨ। ਡੰਡੀ ਕੁਝ ਕੁ ਅਜਿਹੀਆਂ ਘਟਨਾਵਾਂ ਵੀ ਵਾਪਰੀਆਂ ਹਨ ਜਿਨ੍ਹਾਂ ਵਿੱਚੋਂ ਇਹ ਬਾਹਰੋਂ ਆਏ ਮਜ਼ਦੂਰ ਪੇਸ਼ਗੀ ਲਈ ਲਈ ਗਈ ਰਕਮ ਲੈ ਕੇ ਕਟਾਈ ਦਾ ਕੰਮ ਵਿੱਚ ਹੀ ਛੱਡ ਕੇ ਭੱਜ ਗਏ। ਡੰਡੀ ਇੱਕ ਖੇਤ ਮਜ਼ਦੂਰ ਲਈ ਸਰਕਾਰ ਵੱਲੋਂ 14 ਰੁਪਏ ਰੋਜ਼ਾਨਾ ਦੀ ਮਜ਼ਦੂਰੀ ਮਿੱਥੀ ਗਈ ਹੈ। ਡੰਡੀ ਝੋਨੇ ਦਾ ਪ੍ਰਤੀ ਏਕੜ ਝਾੜ ਵੀ ਤਸੱਲੀ ਬਖਸ਼ ਹੈ। ਡੰਡੀ ਇਸ ਤੋਂ ਪਹਿਲਾਂ ਸੋਕੇ ਦੇ ਕਾਰਨ ਘੱਟ ਝਾੜ ਹੋਣ ਦਾ ਸ਼ੰਕਾ ਸੀ। ਡੰਡੀ ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਸਿੰਜਾਈ ਵਾਲੇ ਇਲਾਕਿਆਂ ਵਿੱਚ ਚੰਗੀ ਧੁੱਪ ਪੈਣ ਦੇ ਕਾਰਨ ਹੀ ਝਾੜ ਵਿੱਚ ਕਾਫੀ ਵਾਧਾ ਹੋਇਆ ਹੈ। ਡੰਡੀ ਪਿਛਲੇ ਇੱਕ ਦਹਾਕੇ ਵਿੱਚ ਕਿਸਾਨਾਂ ਨੇ ਸਾਉਣੀ ਦੀਆਂ ਸਮੂਹ ਫਸਲਾਂ ਤੋਂ ਭਾਰੀ ਧਨ ਕਮਾਇਆ ਹੈ। ਡੰਡੀ ਇਹ ਪਹਿਲੀ ਵਾਰ ਹੈ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਝੋਨੇ ਦੀ ਨਿਸਬਤ ਗੰਨਾ ਪੈਦਾ ਕਰਨਾ ਵਧੇਰੇ ਲਾਹੇਵੰਦ ਹੈ। ਡੰਡੀ ਇਸ ਦਾ ਕਾਰਨ ਸ਼ਾਇਦ ਇਹ ਹੈ ਕਿ ਸਰਕਾਰ ਨੇ ਖੰਡਸਾਰੀ ਦੀਆਂ ਯੂਨਿਟਾਂ ਨੂੰ ਗੰਨੇ ਦੀ ਵਧੇਰੇ ਕੀਮਤ ਦੀ ਪੇਸ਼ਕਸ਼ ਕੀਤੀ ਹੈ। ਡੰਡੀ ਕਿਸਾਨ ਮੋਰਚੇ ਨੇ ਖੇਤੀਬਾੜੀ ਕਾਨੂੰਨਾਂ ਬਾਰੇ ਕਿਸਾਨਾਂ ਅਤੇ ਆਮ ਜਨ ਸਮੂਹਾਂ ਵਿੱਚ ਜਾਗਣ ਦਾ ਹੋਕਾ ਦਿੱਤਾ ਹੈ। ਡੰਡੀ ਸਰਕਾਰ ਅਤੇ ਉਸਦੇ ਜੋਟੀਦਾਰ ਕਿਸਾਨਾਂ ਦੀ ਏਕਤਾ 'ਤੇ ਹੈਰਾਨ ਪਰੇਸ਼ਾਨ ਹਨ। ਡੰਡੀ ਹੋਰ ਸਮੱਸਿਆਵਾਂ ਦੇ ਨਾਲ ਜਥੇਬੰਦੀਆਂ ਪੰਜਾਬ ਸਿਰ ਖੜ੍ਹੇ ਪਾਣੀ ਦੇ ਸੰਕਟ ਬਾਰੇ ਵੀ ਸੁਚੇਤ ਕਰਦੀਆਂ ਹਨ। ਡੰਡੀ ਅਗੇਤਾ ਝੋਨਾ ਲਾਉਣ ਤੋਂ ਕਿਸਾਨ ਵੀ ਪਰਹੇਜ਼ ਕਰਦੇ ਹਨ। ਡੰਡੀ ਕਈ ਥਾਵਾਂ 'ਤੇ ਲੇਬਰ ਸਮੱਸਿਆ ਕਰਕੇ ਅਗੇਤਾ ਪਛੇਤਾ ਕਰਕੇ ਕੰਮ ਨਿਬੇੜਿਆ ਜਾਂਦਾ ਹੈ। ਡੰਡੀ ਲੇਬਰ ਦੀ ਘਾਟ ਅਤੇ ਝੋਨੇ ਦੇ ਬਦਲ ਵਜੋਂ ਕਿਸਾਨ ਕਿਹੜੀ ਫਸਲ ਬੀਜਣ ਇਸੇ ਬਾਰੇ ਸਰਕਾਰ ਰਾਹ ਨਹੀਂ ਪਾ ਰਹੀ। ਡੰਡੀ ਫਸਲਾਂ ਦੇ ਮੰਡੀਕਰਨ ਦੀ ਵੱਡੀ ਸਮੱਸਿਆ ਹੈ ਤਾਂ ਵੀ ਪਾਣੀ ਘੱਟ ਵਰਤਣ ਵਾਲੀਆਂ ਫਸਲਾਂ ਨੂੰ ਹੌਲੀ ਅਪਣਾ ਲੈਣਾ ਚਾਹੀਦਾ ਹੈ। ਡੰਡੀ ਪੰਜਾਬ ਨੂੰ ਮਾਰੂਥਲ ਬਣਨ ਤੋਂ ਰੋਕਣਾ ਪਵੇਗਾ। ਡੰਡੀ ਪਾਣੀ ਪੰਜਾਬ ਦੀ ਵੱਡੀ ਸਮੱਸਿਆ ਨਾ ਬਣੇ ਆਪ ਹੀ ਸੁਚੇਤ ਹੋਈਏ। ਡੰਡੀ ਬੀਤੇ ਦਿਨਾਂ ਵਿੱਚ ਪੁਲਿਸ ਨੇ ਜੋ ਐਨਕਾਊਂਟਰ ਕੋਲਕਾਤਾ ਵਿੱਚ 2 ਨਾਮੀ ਗੈਂਗਸਟਰਾਂ ਦਾ ਕੀਤਾ ਉਸ ਬਾਰੇ ਮੈਂ ਆਪਣੇ ਵਿਚਾਰ ਦੇ ਰਿਹਾ ਹਾਂ। ਡੰਡੀ ਗੈਂਗਸਟਰ ਤਾਂ ਬਣਦਾ ਹੈ ਜੋ ਕਿ ਨੌਜਵਾਨਾਂ ਨੂੰ ਰੁਜ਼ਗਾਰ ਨਾ ਮਿਲਦਾ। ਡੰਡੀ ਇਸ ਨਾਲ ਸਰਕਾਰ ਦੀ ਨੀਤੀ ਸਮਾਜ ਦੀ ਨੀਤੀ ਲੀਡਰਾਂ ਦੀ ਨੀਤੀ ਗਾਣਿਆਂ ਵਿੱਚ ਹਥਿਆਰਾਂ ਦਾ ਪ੍ਰਦਰਸ਼ਨ ਨੌਜਵਾਨਾਂ ਦਾ ਚਕਾਚੌਂਧ ਵੱਲ ਖਿੱਚਣਾ ਛੇਤੀ ਤੋਂ ਛੇਤੀ ਅਮੀਰ ਬਣਨ ਦਾ ਸੁਪਨਾ ਮੁੱਖ ਕਾਰਨ ਹਨ। ਡੰਡੀ ਪਰ ਪੁਲਿਸ ਐਨਕਾਊਂਟਰ ਕੋਈ ਢੁਕਵਾਂ ਹੱਲ ਨਹੀਂ। ਡੰਡੀ ਫੈਸਲਾ ਅਦਾਲਤਾਂ ਨੇ ਕਰਨਾ ਹੁੰਦਾ ਹੈ। ਡੰਡੀ ਦੁੱਧ ਸਾਡੇ ਜੀਵਨ ਲਈ ਆਵਸ਼ਕ ਹੈ। ਡੰਡੀ ਦੁੱਧ ਵਿੱਚ ਪ੍ਰੋਟੀਨ ਅਤੇ ਕੈਲਸ਼ੀਅਮ ਵੱਡੀ ਮਾਤਰਾ ਵਿੱਚ ਹੁੰਦੇ ਹਨ ਜੋ ਸਰੀਰਕ ਬਣਤਰ ਲਈ ਹਰ ਲਿਹਾਜ਼ ਨਾਲ ਬਹੁਤ ਜ਼ਰੂਰੀ ਹਨ। ਡੰਡੀ ਇਸੇ ਕਾਰਨ ਬੱਚਿਆਂ ਬੁੱਢਿਆਂ ਅਤੇ ਨੌਜਵਾਨ ਪੁਰਸ਼ ਅਤੇ ਤੀਵੀਆਂ ਲਈ ਦੁੱਧ ਪੂਰਨ ਖੁਰਾਕ ਸਮਝੀ ਜਾਂਦੀ ਹੈ। ਡੰਡੀ ਮੈਂ ਗਾਂ ਅਤੇ ਬੱਕਰੀ ਦਾ ਦੁੱਧ ਆਮ ਕਰਕੇ ਪੀਤਾ ਜਾਂਦਾ ਹੈ। ਡੰਡੀ ਪਰ ਇਹਨਾਂ ਪਸ਼ੂਆਂ ਵਿੱਚੋਂ ਸਭ ਤੋਂ ਜ਼ਿਆਦਾ ਦੁੱਧ ਮੈਂ ਅਤੇ ਗਾਂ ਦਾ
ਵਰਤੋਂ ਵਿੱਚ ਆਉਂਦਾ ਹੈ। ਡੰਡੀ ਸਰੀਰਕ ਤਾਕਤ ਵਧਾਉਣ ਲਈ ਮਹੀਂ ਦਾ ਦੁੱਧ ਬਹੁਤ ਲਾਭਦਾਇਕ ਸਮਝਿਆ ਜਾਂਦਾ ਹੈ। ਡੰਡੀ ਪਰ ਦਿਮਾਗੀ ਤਾਕਤ ਅਤੇ ਸੂਖਮਤਾ ਲਈ ਗਾਂ ਦਾ ਦੁੱਧ ਸ੍ਰੇਸ਼ਟ ਗਿਣਿਆ ਜਾਂਦਾ ਹੈ। ਡੰਡੀ ਇਸ ਤੋਂ ਥੱਲੇ ਬੱਕਰੀ ਅਤੇ ਭੇਡ ਦਾ ਦੁੱਧ ਆਉਂਦਾ ਹੈ। ਡੰਡੀ ਦੁੱਧ ਦੀ ਮਹੱਤਤਾ ਨੂੰ ਮੁੱਖ ਰੱਖਦਿਆਂ ਹੋਇਆਂ ਡੇਅਰੀ ਉਦਯੋਗ ਉੱਤਮ ਕਿੱਤਿਆਂ ਵਿੱਚੋਂ ਇੱਕ ਹੈ। ਡੰਡੀ ਇਸ ਦੀ ਪ੍ਰਫੁੱਲਤਾ ਲਈ ਸਰਕਾਰ ਲੋਕਾਂ ਨੂੰ ਉਤਸ਼ਾਹ ਹੀ ਨਹੀਂ ਦਿੰਦੀ ਬਲਕਿ ਡੇਅਰੀ ਦਾ ਧੰਦਾ ਚਲਾਉਣ ਵਾਸਤੇ ਆਰਥਿਕ ਸਹਾਇਤਾ ਪ੍ਰਦਾਨ ਕਰਦੀ ਹੈ। ਡੰਡੀ ਭਾਰਤ ਕਿਸਾਨਾਂ ਦਾ ਦੇਸ਼ ਹੈ। ਇਸ ਦੇ ਬਾਵਜੂਦ ਇੱਥੇ ਦੁੱਧ ਲੋੜ ਨਾਲੋਂ ਬਹੁਤ ਘੱਟ ਮਾਤਰਾ ਵਿੱਚ ਪੈਦਾ ਹੁੰਦਾ ਹੈ। ਡੰਡੀ ਦੁੱਧ ਦੀ ਬਹੁਤਾਤ ਕਰਨ ਲਈ ਅਤੇ ਸਮੁੱਚੇ ਤੌਰ 'ਤੇ ਚਿੱਟਾ ਇਨਕਲਾਬ ਲਿਆਉਣ ਲਈ ਸਰਕਾਰ ਨੇ 5 ਸਾਲਾ ਯੋਜਨਾਵਾਂ ਰਾਹੀਂ ਕੁਝ ਪ੍ਰੋਜੈਕਟ ਹੱਥ ਵਿੱਚ ਲਏ ਹਨ। ਡੰਡੀ ਇਹਨਾਂ ਵਿੱਚੋਂ ਇੱਕ ਦੁੱਧ ਪ੍ਰੋਜੈਕਟ ਲੁਧਿਆਣਾ ਵਿਖੇ ਸਥਾਪਿਤ ਕੀਤਾ ਗਿਆ ਹੈ। ਡੰਡੀ ਇਸ ਪਲਾਂਟ ਦੀ ਸਮਰੱਥਾ 75,000 ਲੀਟਰ ਪ੍ਰਤੀ ਦਿਨ ਹੈ। ਡੰਡੀ ਇਹ ਪਲਾਂਟ ਆਪਣੀ ਪ੍ਰਕਾਰ ਦਾ ਪਹਿਲਾ ਪ੍ਰੋਜੈਕਟ ਕਿਹਾ ਜਾ ਸਕਦਾ ਹੈ। ਡੰਡੀ ਇਸ ਸਕੀਮ ਅਧੀਨ ਪਬਲਿਕ ਨੂੰ ਦੁੱਧ ਦੀ ਸਪਲਾਈ ਬੋਤਲਾਂ ਤੋਂ ਇਲਾਵਾ ਪਲਾਸਟਿਕ ਦੇ ਬਰਤਨਾਂ ਰਾਹੀਂ ਵੀ ਕੀਤੀ ਜਾਂਦੀ ਹੈ। ਡੰਡੀ ਇਸ ਤਰ੍ਹਾਂ ਦਾ ਦੂਜਾ ਪਲਾਂਟ ਬਠਿੰਡਾ ਵਿਖੇ ਚੱਲ ਰਿਹਾ ਹੈ। ਡੰਡੀ ਇਸ ਵਿੱਚ ਲਗਭਗ 6 ਦੁੱਧ ਸ਼ੀਤ ਦੇ ਕੇਂਦਰ ਹਨ। ਡੰਡੀ ਹਰ ਇੱਕ ਕੇਂਦਰ ਦੀ ਸਮਰੱਥਾ 6,000 ਲੀਟਰ ਪ੍ਰਤੀ ਦਿਨ ਹੈ। ਡੰਡੀ ਇਸ ਤੋਂ ਛੁੱਟ ਕੁਝ ਜ਼ਰਾਇਤੀ ਸਕੀਮਾਂ ਹੱਥ ਵਿੱਚ ਲਈਆਂ ਗਈਆਂ ਹਨ। ਡੰਡੀ ਇਹਨਾਂ ਸਕੀਮਾਂ ਅਧੀਨ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚੋਂ ਅੰਦਾਜ਼ਨ 1,000 ਮੱਝਾਂ ਖਰੀਦੀਆਂ ਗਈਆਂ। ਡੰਡੀ ਇਸ ਯੋਜਨਾ 'ਤੇ ਕੁੱਲ ਖਰਚ 2.88 ਕਰੋੜ ਰੁਪਏ ਅਨੁਮਾਨਿਆ ਗਿਆ। ਡੰਡੀ ਸ਼ਹਿਰਾਂ ਵਿਖੇ ਦੁੱਧ ਦੇਣ ਵਾਲੇ ਪਸ਼ੂਆਂ ਦਾ ਮੁੜ ਸਥਾਪਨ ਵੀ ਕੀਤਾ ਜਾ ਰਿਹਾ ਹੈ। ਡੰਡੀ ਇਸ ਪਾਸੇ ਪਹਿਲਾ ਤਜਰਬਾ ਲੁਧਿਆਣਾ ਸ਼ਹਿਰ ਦੇ ਪਸ਼ੂਆਂ ਨੂੰ ਸ਼ਹਿਰ ਦੇ ਫਿਰਨੀ ਤੋਂ ਬਾਹਰ ਬਦਲਣ ਦੀ ਤਜਵੀਜ਼ ਅਨੁਸਾਰ ਕੀਤਾ ਗਿਆ। ਡੰਡੀ ਸਸਤੇ ਰੇਟ ਵਾਲਾ ਅਤੇ ਅਰੋਗ ਦੁੱਧ ਦਾ ਉਤਪਾਦਨ ਕਰਨ ਲਈ ਸੰਬੰਧਿਤ ਕਰਮਚਾਰੀਆਂ ਨੂੰ ਸਹੂਲਤਾਂ ਦਾ ਉਪਬੰਧ ਕੀਤਾ ਗਿਆ ਹੈ। ਡੰਡੀ ਸਿੱਖਿਅਤ ਅਮਲੇ ਵਿੱਚੋਂ ਬਹੁਤ ਹੁਸ਼ਿਆਰ ਅਤੇ ਵਜ਼ੀਫੇ ਲੈਣ ਵਾਲਿਆਂ ਕਰਮਚਾਰੀਆਂ ਨੂੰ ਡੇਅਰੀ ਉਦਯੋਗ ਦੇ ਖੇਤਰ ਵਿੱਚ ਉਚੇਰੀ ਸਿੱਖਿਆ ਦਿਵਾਉਣ ਲਈ ਕਰਨਾਲ ਅਤੇ ਬੰਗਲੌਰ ਆਦਿ ਸਥਾਨਾਂ 'ਤੇ ਭੇਜਣ ਦਾ ਉਪਬੰਧ ਹੋ ਚੁੱਕਾ ਹੈ। ਡੰਡੀ ਚੌਥੀ 5 ਸਾਲਾ ਯੋਜਨਾ ਵਿੱਚ ਦੁੱਧ ਪਲਾਂਟ ਮੁਹਾਲੀ ਮੁਕੰਮਲ ਹੋ ਜਾਵੇਗਾ। ਡੰਡੀ ਪੰਜਾਬ ਡੇਅਰੀ ਵਿਕਾਸ ਕਾਰਪੋਰੇਸ਼ਨ ਨੇ ਚੰਡੀਗੜ੍ਹ ਅਤੇ ਵੇਰਕੇ ਦੇ ਸਥਾਨਾਂ 'ਤੇ ਮੰਡੀਕਰਨ ਸਹੂਲਤਾਂ ਦਾ ਉਪਬੰਧ ਵੀ ਕੀਤਾ ਹੈ। ਡੰਡੀ ਇਸ ਤੋਂ ਬਿਨਾਂ ਪਸ਼ੂਆਂ ਲਈ ਸੰਤੁਲਿਤ ਫੀਡ ਤਿਆਰ ਕਰਨ ਲਈ ਫੀਡ ਮਿਕਸਿੰਗ ਪਲਾਂਟ ਅੰਮ੍ਰਿਤਸਰ ਵਿਖੇ ਸਥਾਪਿਤ ਕੀਤਾ ਗਿਆ ਹੈ। ਡੰਡੀ ਇਹ ਪਲਾਂਟ ਨਾ ਲਾਭ ਨਾ ਹਾਨੀ ਦੇ ਆਧਾਰ 'ਤੇ ਚਲਾਇਆ ਜਾ ਰਿਹਾ ਹੈ। ਡੰਡੀ ਰਾਜ ਵਿੱਚ ਛੇਤੀ ਚਿੱਟਾ ਇਨਕਲਾਬ ਲਿਆਉਣ ਲਈ ਇੱਕ ਸੁਝਾਅ ਇਹ ਵੀ ਦਿੱਤਾ ਜਾਂਦਾ ਹੈ ਕਿ ਹਰ ਇੱਕ ਜ਼ਿਮੀਂਦਾਰ ਆਪਣੀ ਜ਼ਮੀਨ ਦੀ ਟੋਟਲ ਮਲਕੀਅਤ ਦੇ ਅਨੁਪਾਤ ਨਾਲ ਆਪਣੇ ਪਾਸ ਲਵੇਰੇ ਪਸ਼ੂ ਜ਼ਰੂਰ ਰੱਖੇ। ਡੰਡੀ ਇਸ ਨਾਲ ਦੁੱਧ ਉਤਪਾਦਨ ਵਿੱਚ ਹੋਰ ਵੀ ਵਾਧਾ ਹੋ ਜਾਵੇਗਾ ਅਤੇ ਪ੍ਰਾਈਵੇਟ ਖੇਤਰ ਵਿੱਚ ਡੇਅਰੀ ਉਦਯੋਗ ਨੂੰ ਉਤਸ਼ਾਹ ਮਿਲੇਗਾ। ਡੰਡੀ ਭੋਜਨ ਦੇ ਪਦਾਰਥਾਂ ਨੂੰ ਪਕਾਉਣ ਤੋਂ ਬਾਅਦ ਚੰਗੀ ਤਰ੍ਹਾਂ ਸੰਭਾਲ ਕੇ ਰੱਖਣਾ ਚਾਹੀਦਾ ਹੈ। ਡੰਡੀ ਜੇਕਰ ਇਸ ਨੂੰ ਗੰਦੇ ਤੇ ਖਰਾਬ ਬਰਤਨਾਂ ਵਿੱਚ ਪਾ ਦਿੱਤਾ ਜਾਵੇ ਤਾਂ ਇਹ ਖਰਾਬ ਤੇ ਜ਼ਹਿਰੀਲਾ ਹੋ ਜਾਂਦਾ ਹੈ। ਡੰਡੀ ਕਈ ਬਰਤਨਾਂ ਨੂੰ ਜ਼ਿਆਦਾ ਦੇਰ ਰੱਖੇ
ਰਹਿਣ ਤੇ ਉੱਲੀ ਵੀ ਲੱਗ ਜਾਂਦੀ ਹੈ ਡੰਡੀ। ਇਹ ਉੱਲੀ ਭੋਜਨ ਦੇ ਨਾਲ ਹੀ ਸਾਡੇ ਮਿਹਦੇ ਵਿੱਚ ਚਲੀ ਜਾਂਦੀ ਹੈ ਅਤੇ ਬਿਮਾਰੀਆਂ ਦਾ ਕਾਰਨ ਬਣਦੀ ਹੈ ਡੰਡੀ। ਕਈ ਵਾਰ ਭੋਜਨ ਵਿੱਚ ਬਰਤਨਾਂ ਦੀ ਧਾਤ ਵੀ ਮਿਲ ਜਾਂਦੀ ਹੈ ਅਤੇ ਇਸ ਨੂੰ ਹਾਨੀਕਾਰਕ ਬਣਾ ਦਿੰਦੀ ਹੈ ਡੰਡੀ। ਇਸੇ ਲਈ ਹੀ ਦਹੀਂ ਜਾਂ ਹੋਰ ਖਟਿਆਈ ਵਾਲੇ ਪਦਾਰਥ ਕਾਂਸੇ ਦੇ ਬਰਤਨਾਂ ਵਿੱਚ ਖਰਾਬ ਹੋ ਜਾਂਦੇ ਹਨ ਡੰਡੀ। ਪਕਾਉਣ ਤੋਂ ਬਾਅਦ ਚੀਜ਼ਾਂ ਨੂੰ ਚੰਗੀ ਤਰ੍ਹਾਂ ਢੱਕ ਕੇ ਨਾ ਰੱਖਣ ਨਾਲ ਵੀ ਇਹਨਾਂ ਵਿੱਚ ਕੀੜੇ ਮਕੌੜੇ ਜਾਂ ਹੋਰ ਜਾਨਵਰ ਪੈ ਜਾਂਦੇ ਹਨ ਅਤੇ ਇਸ ਨੂੰ ਭ੍ਰਿਸ਼ਟ ਕਰ ਦਿੰਦੇ ਹਨ ਡੰਡੀ। ਗਰਮੀਆਂ ਦੇ ਮੌਸਮ ਵਿੱਚ ਪਕਾਈਆਂ ਹੋਈਆਂ ਸਬਜ਼ੀਆਂ, ਰੋਟੀਆਂ ਤੇ ਦਾਲਾਂ ਆਦਿ ਜ਼ਿਆਦਾ ਦੇਰ ਤੱਕ ਨਹੀਂ ਰਹਿ ਸਕਦੀਆਂ ਡੰਡੀ। ਇਸ ਲਈ ਇਹਨਾਂ ਨੂੰ ਫਰਿੱਜ ਵਿੱਚ ਰੱਖਣਾ ਚਾਹੀਦਾ ਹੈ ਡੰਡੀ। ਗੰਦੇ ਹੱਥਾਂ ਤੇ ਨਹੁੰਆਂ ਦੁਆਰਾ ਵੀ ਖਾਣਾ ਮੂੰਹ ਵਿੱਚ ਜਾਣ ਤੋਂ ਪਹਿਲਾਂ ਹੀ ਗੰਦਾ ਹੋ ਜਾਂਦਾ ਹੈ ਡੰਡੀ। ਇੱਕ ਦੂਜੇ ਦਾ ਜੂਠਾ ਖਾਣ ਨਾਲ ਜਾਂ ਰੋਟੀਆਂ ਦੇ ਬਰਤਨਾਂ ਵਿੱਚ ਖਾਣ ਨਾਲ ਵੀ ਰੋਗਾਂ ਦੇ ਕੀਟਾਣੂ ਖਾਣੇ ਵਿੱਚ ਮਿਲ ਜਾਂਦੇ ਹਨ ਡੰਡੀ। ਇਸ ਲਈ ਇਹ ਜ਼ਰੂਰੀ ਹੈ ਕਿ ਸਬਜ਼ੀਆਂ ਤੇ ਫਲ ਤਾਜ਼ੇ ਤੇ ਸਾਫ਼ ਸੁਥਰੇ ਖਰੀਦਣੇ ਚਾਹੀਦੇ ਹਨ ਡੰਡੀ। ਹਰੇ ਪੱਤੇ ਵਾਲੀਆਂ ਸਬਜ਼ੀਆਂ ਨਾਲ ਖਾਦ ਜਾਂ ਗੰਦੇ ਨਾਲੇ ਦੇ ਪਾਣੀ ਤੋਂ ਕਈ ਪ੍ਰਕਾਰ ਦੀਆਂ ਬਿਮਾਰੀਆਂ ਦੇ ਕੀਟਾਣੂ ਚੰਬੜ ਜਾਂਦੇ ਹਨ ਡੰਡੀ। ਇਸ ਲਈ ਇਹਨਾਂ ਨੂੰ ਰਿੰਨਣ ਤੋਂ ਪਹਿਲਾਂ ਚੰਗੀ ਤਰ੍ਹਾਂ ਸਾਫ਼ ਪਾਣੀ ਵਿੱਚ ਧੋ ਲੈਣਾ ਚਾਹੀਦਾ ਹੈ ਡੰਡੀ। ਜ਼ਿਆਦਾ ਦੇਰ ਪਏ ਰਹਿਣ ਨਾਲ ਜਾਂ ਸੁੱਕ ਜਾਣ ਨਾਲ ਅਜਿਹੀਆਂ ਸਬਜ਼ੀਆਂ ਖਰਾਬ ਹੋ ਜਾਂਦੀਆਂ ਹਨ ਡੰਡੀ। ਵਿਤਾਊ, ਭਿੰਡੀ, ਟੀਂਡੇ ਆਦਿ ਸਬਜ਼ੀਆਂ ਵਿੱਚ ਕਈ ਵਾਰ ਕੀੜੇ ਪੈ ਜਾਂਦੇ ਹਨ ਡੰਡੀ। ਇਹਨਾਂ ਨੂੰ ਪਕਾਉਣ ਤੋਂ ਪਹਿਲਾਂ ਕੱਟ ਕੇ ਦੇਖ ਲੈਣਾ ਚਾਹੀਦਾ ਹੈ ਡੰਡੀ। ਇਸੇ ਤਰ੍ਹਾਂ ਹੀ ਜ਼ਿਆਦਾ ਪੱਕੇ ਜਾਂ ਗਲੇ ਹੋਏ ਫਲ ਵੀ ਨਹੀਂ ਖਾਣੇ ਚਾਹੀਦੇ ਕਿਉਂਕਿ ਇਹਨਾਂ ਵਿੱਚ ਕੀੜੇ ਪੈ ਜਾਂਦੇ ਹਨ ਅਤੇ ਸਿਹਤ ਲਈ ਹਾਨੀਕਾਰਕ ਹੁੰਦੇ ਹਨ ਡੰਡੀ। ਸਭ ਤਰ੍ਹਾਂ ਦੀਆਂ ਸਬਜ਼ੀਆਂ, ਦਾਲਾਂ, ਫਲਾਂ ਤੇ ਹੋਰ ਪਦਾਰਥਾਂ ਨੂੰ ਪਕਾਉਣ ਜਾਂ ਖਾਣ ਤੋਂ ਪਹਿਲਾਂ ਸਦਾ ਸਾਫ਼ ਪਾਣੀ ਨਾਲ ਧੋਣਾ ਚਾਹੀਦਾ ਹੈ ਡੰਡੀ। ਇਸੇ ਤਰ੍ਹਾਂ ਹੀ ਅਨਾਜਾਂ ਤੇ ਦਾਲਾਂ ਨੂੰ ਵੀ ਸੁਸਰੀ ਜਾਂ ਡੋਰਾ ਲੱਗ ਜਾਂਦਾ ਹੈ ਅਤੇ ਇਹ ਪਦਾਰਥ ਖਾਣ ਯੋਗ ਨਹੀਂ ਰਹਿੰਦੇ ਡੰਡੀ। ਇਸ ਲਈ ਇਹਨਾਂ ਨੂੰ ਬਰਸਾਤ ਦੇ ਦਿਨਾਂ ਤੋਂ ਬਾਅਦ ਕਦੇ ਕਦੇ ਧੁੱਪ ਲਗਵਾ ਲੈਣੀ ਚਾਹੀਦੀ ਹੈ ਡੰਡੀ। ਜ਼ਿਆਦਾ ਗਰਮੀ, ਹੁੰਮ ਤੇ ਹਵਾ ਨਾ ਲੱਗਣ ਕਾਰਨ ਆਟਾ ਵੀ ਕੁਝ ਦੇਰ ਬਾਅਦ ਖਰਾਬ ਹੋ ਜਾਂਦਾ ਹੈ ਡੰਡੀ। ਗੁੰਨ ਕੇ ਜ਼ਿਆਦਾ ਦੇਰ ਰੱਖਿਆ ਆਟਾ ਵੀ ਖਮੀਰਾ ਹੋ ਜਾਂਦਾ ਹੈ ਅਤੇ ਪਕਾਉਣ ਦੇ ਯੋਗ ਨਹੀਂ ਰਹਿੰਦਾ ਡੰਡੀ। ਦੁੱਧ, ਦਹੀਂ, ਲੱਸੀ ਤੇ ਹੋਰ ਕਈ ਪਦਾਰਥ ਵੀ ਕੁਝ ਦੇਰ ਬਾਅਦ ਖਰਾਬ ਹੋ ਜਾਂਦੇ ਹਨ ਡੰਡੀ। ਇਸ ਲਈ ਰਸੋਈ ਜਾਲੀਦਾਰ, ਸਾਫ਼ ਸੁਥਰੀ, ਖੁੱਲ੍ਹੀ ਅਤੇ ਹਵਾਦਾਰ ਹੋਣੀ ਵੀ ਜ਼ਰੂਰੀ ਹੈ ਡੰਡੀ। ਆਪਣੇ ਪਰਿਵਾਰ ਨੂੰ ਸਿਹਤਮੰਦ ਰੱਖਣ ਲਈ ਅਤੇ ਖਰਚ ਦੀ ਬਚਤ ਕਰਨ ਅਤੇ ਖਾਣ ਵਾਲੀਆਂ ਚੀਜ਼ਾਂ ਨੂੰ ਖਰੀਦਣ ਦੇ ਸਮੇਂ ਤੋਂ ਲੈ ਕੇ ਖਾਣ ਦੇ ਸਮੇਂ ਤੱਕ ਚੰਗੀ ਤਰ੍ਹਾਂ ਸੰਭਾਲ ਕੇ ਅਤੇ ਢੱਕ ਕੇ ਸਾਫ਼ ਸੁਥਰੀ ਤੇ ਠੰਡੀ ਹਵਾਦਾਰ ਥਾਂ 'ਤੇ ਪਈ ਜਾਲੀ ਵਿੱਚ ਰੱਖਣਾ ਚਾਹੀਦਾ ਹੈ ਡੰਡੀ। ਸਾਡੇ ਦੇਸ਼ ਵਿੱਚ ਮਾਰਚ ਅਪ੍ਰੈਲ ਤੋਂ ਕਰੋਨਾ ਦੀ ਦੂਜੀ ਲਹਿਰ ਤਹਿਤ ਉਪਜੀ ਇਸ ਬਿਮਾਰੀ ਦੀ ਭਿਅੰਕਰਤਾ ਨੇ 20 ਮਈ 2021 ਨੂੰ ਚਰਮ ਸੀਮਾ ਦਿਖਾਈ, ਜਿਸ ਦਿਨ ਭਾਰਤ ਵਿੱਚ 24 ਘੰਟੇ ਦੌਰਾਨ 39
ਮੌਤਾਂ ਹੋਈਆਂ ਤੇ 3 ਲੱਖ ਦੇ ਕਰੀਬ ਲੋਕ ਇਸ ਬਿਮਾਰੀ ਦੇ ਲੱਛਣਾਂ ਦੀ ਲਪੇਟ ਵਿੱਚ ਆਏ, ਜਦਕਿ ਅਸਲ ਸਥਿਤੀ ਇਸ ਤੋਂ ਵੀ ਬੱਤਰ ਦੱਸੀ ਜਾਂਦੀ ਹੈ, ਕਿਉਂਕਿ ਬਹੁਤ ਸਾਰੇ ਕੇਸ ਰਿਕਾਰਡ ਵਿੱਚ ਨਹੀਂ ਆ ਰਹੇ ਜਾਂ ਦੱਸੇ ਨਹੀਂ ਜਾਂਦੇ। ਡੰਡੀ ਹਸਪਤਾਲਾਂ ਵਿੱਚ ਆਕਸੀਜਨ ਦੀ ਗੈਰ ਉਪਲਬਧਤਾ, ਵੈਂਟੀਲੇਟਰਾਂ, ਬੈੱਡਾਂ ਦੀ ਵੱਡੀ ਪੱਧਰ ਤੇ ਘਾਟ, ਮਰੀਜ਼ਾਂ ਲਈ ਐਂਬੂਲੈਂਸਾਂ ਦੀ ਘਾਟ, ਲੋੜੀਂਦੀਆਂ ਦਵਾਈਆਂ ਦੇ ਨਾ ਮਿਲਣ ਕਾਰਨ ਲੋਕਾਂ ਦੇ ਆਪਣੇ ਸਕੇ ਸੰਬੰਧੀਆਂ ਦੇ ਸਾਹਮਣੇ ਵਿਲਕ ਹੋਈਆਂ ਅਣਆਈ ਮੌਤਾਂ ਦੇ ਕੁਰਲਾਹਟ ਭਰੇ ਦ੍ਰਿਸ਼ਾਂ, ਮ੍ਰਿਤਕ ਸਰੀਰਾਂ ਦੀ ਬੇਕਦਰੀ, ਲੋਕਾਂ ਦੀ ਲਾਚਾਰੀ ਤੇ ਬੇਬਸੀ ਨੇ ਜਿੱਥੇ ਹਰੇਕ ਸੰਵੇਦਨਸ਼ੀਲ ਨੂੰ ਵਿਚਲਿਤ ਕੀਤਾ ਹੈ, ਉੱਥੇ ਸਾਡੇ ਦੇਸ਼ ਦੇ ਸਿਹਤ ਤੰਤਰ ਦੀ ਕਾਰਗੁਜ਼ਾਰੀ ਮਹਾਮਾਰੀ ਨਾਲ ਨਜਿੱਠਣ ਲਈ ਨਾਕਾਮਯਾਬੀ ਪੱਖੋਂ ਵੱਡੇ ਸਵਾਲੀਆ ਚਿੰਨ੍ਹ ਲਗਾਏ ਹਨ ਅਤੇ ਲੀਡਰਸ਼ਿਪ ਦੀ ਅਤ ਅਸੰਵੇਦਨਸ਼ੀਲਤਾ ਤੇ ਮੁਰਦਿਆਂ ਉੱਤੇ ਵੀ ਰਾਜਨੀਤੀ ਦੀ ਬੋ ਸੋਚਣ ਲਈ ਮਜਬੂਰ ਕਰਦੇ ਹਨ ਕਿ ਜੇਕਰ ਕਰੋਨਾ ਵਾਇਰਸ ਦੇ ਬਦਲਵੇਂ ਰੂਪ ਨੇ ਤੀਜੀ ਲਹਿਰ ਉਪਜਾਈ ਤਾਂ ਦੇਸ਼ ਤੇ ਸਮਾਜ ਲਈ ਕੀ ਬਣੇਗਾ? ਪ੍ਰਸ਼ਨ ਚਿੰਨ੍ਹ ਪੈਰਾ। ਕਿਸੇ ਵੀ ਦੇਸ਼ ਦੇ ਵਸਿੰਦਿਆਂ ਦਾ ਸਿਹਤ ਰੁਤਬਾ ਵਿਕਾਸ ਦੇ ਇੱਕ ਮਹੱਤਵਪੂਰਨ ਕਾਰਕ ਵਜੋਂ ਜਾਣਿਆ ਜਾਂਦਾ ਹੈ। ਡੰਡੀ ਰਵਾਇਤੀ ਕਬੀਲਿਆਂ, ਸਮੁਦਾਵਾਂ ਤੇ ਸਮਾਜਾਂ ਵਿੱਚ ਆਪਣੇ ਇਲਾਕਿਆਂ, ਭੌਂ ਬਣਤਰਾਂ, ਸਮਾਜਿਕ ਤੇ ਸੱਭਿਆਚਾਰਕ ਉਸਾਰਾਂ, ਵਾਤਾਵਰਣ ਅਤੇ ਮਨੁੱਖਤਾ ਦੀ ਕਾਰਜਸ਼ੈਲੀ ਅਨੁਸਾਰ ਇਲਾਜ ਲਈ ਵੱਖ ਪ੍ਰਣਾਲੀਆਂ ਉਪਜੀਆਂ ਜੋ ਆਪਣੇ ਵਸਿੰਦਿਆਂ ਦੀ ਤੰਦਰੁਸਤੀ ਅਤੇ ਬਿਮਾਰੀਆਂ ਤੋਂ ਬਚਾਅ ਲਈ ਕੰਮ ਕਰਦੀਆਂ ਅਤੇ ਇਹ ਪ੍ਰਣਾਲੀਆਂ ਆਮ ਕਰਕੇ ਮਨੁੱਖਤਾ ਦੀ ਸੇਵਾ ਸਮਝ ਕੇ ਨਿਭਾਈਆਂ ਜਾਂਦੀਆਂ, ਜਿਸ ਵਿੱਚੋਂ ਮੁਨਾਫਾਖੋਰੀ ਦੀ ਬੋ ਨਹੀਂ ਸੀ ਆਉਂਦੀ, ਭਾਵੇਂ ਕਿ ਸਾਇੰਸ ਦੀ ਘਾਟ ਕਰਕੇ ਮਹਾਮਾਰੀਆਂ ਦੌਰਾਨ ਹਜ਼ਾਰਾਂ ਲੱਖਾਂ ਲੋਕਾਂ ਦੀ ਮੌਤ ਹੋ ਜਾਂਦੀ ਅਤੇ ਦੁਨੀਆ ਇਸ ਨੂੰ ਰੱਬੀ ਕਰੋਪੀ ਸਮਝ ਸਬਰ ਕਰ ਲੈਂਦੀ ਸੀ। ਡੰਡੀ ਜਿਉਂ ਸਾਇੰਸ ਨੇ ਤਰੱਕੀ ਕੀਤੀ ਅਤੇ ਹੋਰ ਪੱਖਾਂ ਦੇ ਨਾਲ ਮੈਡੀਕਲ ਵਿੱਚ ਨਵੀਆਂ ਕਾਢਾਂ ਤੇ ਨਿਪੁੰਨਤਾਵਾਂ ਸਦਕਾ ਮਨੁੱਖੀ ਜੀਵਨ ਵਿੱਚ ਬਿਹਤਰੀ ਆਈ ਤੇ ਕੁਝ ਨੂੰ ਛੱਡ ਬਾਕੀ ਲਗਭਗ ਸਾਰੀਆਂ ਬਿਮਾਰੀਆਂ 'ਤੇ ਕਾਬੂ ਪਾ ਲਿਆ ਗਿਆ। ਡੰਡੀ ਅੱਜ ਸੰਸਾਰ ਦੇ ਹਰੇਕ ਮੁਲਕ ਵਿੱਚ ਲੋਕਲ ਪ੍ਰਣਾਲੀਆਂ ਤੋਂ ਛੁੱਟ ਐਲੋਪੈਥਿਕ ਪ੍ਰਣਾਲੀ ਪ੍ਰਚਲਿਤ ਹੈ। ਡੰਡੀ ਭਾਰਤ ਵਿੱਚ ਆਧੁਨਿਕ ਇਲਾਜ ਪ੍ਰਣਾਲੀ ਐਲੋਪੈਥਿਕ ਅਤੇ ਸਿਹਤ ਸਹੂਲਤਾਂ ਨੂੰ ਸੰਸਥਾਤਮਕ ਰੂਪ ਯੂਰਪੀਅਨ ਲੋਕਾਂ, ਖਾਸ ਕਰਕੇ ਅੰਗਰੇਜ਼ਾਂ ਨੇ ਪ੍ਰਦਾਨ ਕੀਤਾ। ਡੰਡੀ ਵਿਦੇਸ਼ੀ ਹਾਕਮਾਂ, ਈਸਾਈ ਮਿਸ਼ਨਰੀਆਂ ਤੇ ਚੈਰੀਟੇਬਲ ਟਰੱਸਟਾਂ ਨੇ ਡਿਸਪੈਂਸਰੀਆਂ, ਸੈਂਟਰਾਂ ਤੇ ਹਸਪਤਾਲਾਂ ਨੂੰ ਸਥਾਪਿਤ ਕੀਤਾ। ਡੰਡੀ ਮੁੰਬਈ, ਹੈਦਰਾਬਾਦ, ਕੋਲਕਾਤਾ, ਦਿੱਲੀ, ਲਾਹੌਰ, ਲੁਧਿਆਣਾ, ਪਟਿਆਲਾ ਆਦਿ ਸ਼ਹਿਰਾਂ ਵਿੱਚ ਕਾਰਜਸ਼ੀਲ ਰਹੇ ਪੁਰਾਣੇ ਨਾਮੀ ਹਸਪਤਾਲਾਂ ਨੂੰ ਅੱਜ ਵੀ ਲੋਕ ਯਾਦ ਕਰਦੇ ਹਨ। ਡੰਡੀ ਆਜ਼ਾਦ ਭਾਰਤ ਵਿੱਚ ਲਗਭਗ ਇਸੇ ਹੀ ਡਾਕਟਰੀ ਪ੍ਰਕਿਰਿਆ ਨੂੰ ਜਾਰੀ ਰੱਖਿਆ ਅਤੇ ਸਿਹਤ ਸਹੂਲਤਾਂ ਦੀ ਆਮ ਲੋਕਾਂ ਲਈ ਉਪਲਬਧੀ ਨੂੰ ਫੈਲਾਇਆ। ਡੰਡੀ ਸਿਹਤ ਸਹੂਲਤਾਂ ਪੱਖੋਂ ਅੰਕੜਿਆਂ ਦੇ ਸਰੋਤਾਂ ਵਿੱਚ ਬਹੁਤ ਵਖਰੇਵੇਂ ਪਾਏ ਜਾਂਦੇ ਹਨ, ਪਰ ਫਿਰ ਵੀ ਸਿੱਟਾ ਕੱਢਿਆ ਗਿਆ ਹੈ ਕਿ ਭਾਰਤ ਵਿੱਚ ਸਾਲ 1951 ਤੱਕ 10,000 ਦੇ ਕਰੀਬ ਮੈਡੀਕਲ ਸੰਸਥਾਵਾਂ ਸਨ, ਪਰ ਇਹਨਾਂ ਵਿੱਚੋਂ ਵੱਡੇ ਹਸਪਤਾਲ ਥੋੜ੍ਹੇ ਸਨ। ਡੰਡੀ ਅੱਜ ਭਾਰਤ ਵਿੱਚ ਹਸਪਤਾਲਾਂ ਦੀ ਗਿਣਤੀ 39,000 ਦੇ ਕਰੀਬ ਹੈ ਅਤੇ ਡਿਸਪੈਂਸਰੀਆਂ ਤੇ ਹੋਰ ਮੈਡੀਕਲ ਸੈਂਟਰਾਂ ਦੀ ਗਿਣਤੀ 70,000 ਦੇ ਨੇੜੇ ਹੈ। ਡੰਡੀ ਕੁਦਰਤ ਨੇ
ਮਨੁੱਖ ਨੂੰ ਰੋਗਾਂ ਨਾਲ ਲੜਨ ਦੀ ਮਜ਼ਬੂਤ ਰੱਖਿਆ ਪ੍ਰਣਾਲੀ ਦਿੱਤੀ ਹੈ, ਜਿਹੜੀ ਸਰੀਰ ਨੂੰ ਰਿਸ਼ਟ ਪੁਸ਼ਟ ਅਤੇ ਤਾਕਤਵਰ ਬਣਾਈ ਰੱਖਦੀ ਹੈ। ਡੰਡੀ ਇਸ ਬਚਾਓ ਪ੍ਰਣਾਲੀ ਉੱਪਰ ਕਦੇ ਕਦੇ ਮੌਸਮੀ ਅਤੇ ਦੀਰਘਕਾਲੀਨ ਬਿਮਾਰੀਆਂ ਦੇ ਰੋਗਾਣੂ ਆਦਿ ਹਮਲਾ ਕਰਦੇ ਰਹਿੰਦੇ ਹਨ, ਪਰ ਛੋਟੀ ਮੋਟੀ ਇਨਫੈਕਸ਼ਨ ਨੂੰ ਇਹ ਆਪਣੇ ਆਪ ਠੀਕ ਕਰ ਲੈਂਦੀ ਹੈ। ਡੰਡੀ ਜੇਕਰ ਬਿਮਾਰੀ ਕੁਝ ਵੱਧ ਜਾਵੇ ਤਾਂ ਡਾਕਟਰ ਬਿਮਾਰੀ ਦੇ ਲੱਛਣ ਜਾਣ ਕੇ ਰੋਗ ਰੋਧਕ ਦਵਾਈਆਂ ਨਾਲ ਇਲਾਜ ਕਰ ਦਿੰਦਾ ਹੈ। ਡੰਡੀ ਅੱਜ ਕੱਲ੍ਹ ਏਡਜ਼ ਸਿਹਤ ਵਿਗਿਆਨੀਆਂ ਲਈ ਗੰਭੀਰ ਚੁਣੌਤੀ ਬਣ ਗਈ ਹੈ। ਡੰਡੀ ਅਜੇ ਤੱਕ ਇਸ ਦੀ ਕੋਈ ਸਾਰਥਕ ਇਲਾਜ ਪ੍ਰਣਾਲੀ ਵਿਕਸਿਤ ਨਹੀਂ ਹੋ ਸਕੀ। ਡੰਡੀ ਇਹ ਮਨੁੱਖ ਦੀ ਬਚਾਅ ਪ੍ਰਣਾਲੀ ਨੂੰ ਹੌਲੀ ਹੌਲੀ ਨਸ਼ਟ ਕਰਕੇ ਮਰੀਜ਼ ਨੂੰ ਤਰਸਾ ਕੇ ਮਾਰਦੀ ਹੈ। ਡੰਡੀ ਏਡਜ਼ ਰੋਗਾਣੂ ਮਨੁੱਖੀ ਸਰੀਰ ਵਿੱਚ ਪ੍ਰਵੇਸ਼ ਕਰਨ ਤੋਂ 8 ਤੋਂ 10 ਸਾਲ ਤੱਕ ਛੁਪ ਕੇ ਆਪਣਾ ਕੰਮ ਕਰਦਾ ਰਹਿੰਦਾ ਹੈ। ਡੰਡੀ ਇਸ ਸਮੇਂ ਦੌਰਾਨ ਮਨੁੱਖ ਅਸਲ ਵਿੱਚ ਰੋਗੀ ਹੋਣ ਦੇ ਬਾਵਜੂਦ ਤੰਦਰੁਸਤ ਅਤੇ ਹੱਟਾ ਕੱਟਾ ਬਣਿਆ ਰਹਿੰਦਾ ਹੈ। ਡੰਡੀ ਇਸ ਸਬੰਧ ਵਿੱਚ ਸਭ ਤੋਂ ਮਾੜੀ ਗੱਲ ਇਹ ਹੈ ਕਿ ਏਡਜ਼ ਗ੍ਰਸਤ ਰੋਗੀ ਇਸ ਸਮੇਂ ਦੌਰਾਨ ਦੂਸਰਿਆਂ ਨੂੰ ਵੀ ਏਡਜ਼ ਦਾ ਸ਼ਿਕਾਰ ਬਣਾ ਸਕਦਾ ਹੈ। ਡੰਡੀ ਜਦੋਂ ਤੱਕ ਰੋਗਾਣੂ ਪੂਰਨ ਰੂਪ ਵਿੱਚ ਬਚਾਓ ਪ੍ਰਣਾਲੀ ਆਪਣੇ ਕਬਜ਼ੇ ਵਿੱਚ ਨਹੀਂ ਕਰ ਲੈਂਦਾ, ਗ੍ਰਸਤ ਰੋਗੀ ਮਾੜੀ ਮੋਟੀ ਥਕਾਵਟ ਤੇ ਕਮਜ਼ੋਰੀ ਅਤੇ ਹਲਕਾ ਬੁਖਾਰ ਹੀ ਮਹਿਸੂਸ ਕਰਦਾ ਹੈ। ਡੰਡੀ ਇਹ ਬਹੁਤ ਹੀ ਸੰਵੇਦਨਸ਼ੀਲ ਅਤੇ ਚਲਾਕ ਰੋਗਾਣੂ ਹੈ, ਜਿਹੜਾ ਕਿ ਕਈ ਵਾਰ ਏਡਜ਼ ਰੋਗਾਣੂ ਟੈਸਟ ਪ੍ਰਕਿਰਿਆ ਦੌਰਾਨ ਰਪੂਸ਼ ਵੀ ਹੋ ਜਾਂਦਾ ਹੈ। ਡੰਡੀ ਏਡਜ਼ ਰੋਗਾਣੂ ਸਾਡੇ ਮਿੱਤਰ ਚਿੱਟੇ ਸੈੱਲਾਂ ਨੂੰ ਆਪਣਾ ਨਿਸ਼ਾਨਾ ਬਣਾਉਂਦਾ ਹੈ, ਜੋ ਕਿ ਬਾਹਰੀ ਹਮਲਾਵਰ ਰੋਗਾਣੂ ਨਾਲ ਲੜਦੇ ਹਨ। ਡੰਡੀ ਪਰ ਏਡਜ਼ ਜੀਵਾਣੂ ਇੰਨਾ ਚੁਸਤ ਰਣਨੀਤਕ ਹੈ ਕਿ ਮਿੱਤਰ ਸੈੱਲਾਂ ਨੂੰ ਹੜੱਪ ਕੇ ਆਪਣੀ ਗਿਣਤੀ ਵਧਾਉਂਦਾ ਰਹਿੰਦਾ ਹੈ। ਡੰਡੀ ਟੈਸਟ ਰਾਹੀਂ ਪਤਾ ਲੱਗਣ ਤੋਂ ਪਹਿਲਾਂ ਇਹ ਮਰੀਜ਼ ਨੂੰ ਪੂਰੀ ਤਰ੍ਹਾਂ ਆਪਣੀ ਗ੍ਰਿਫਤ ਵਿੱਚ ਲੈ ਲੈਂਦਾ ਹੈ ਅਤੇ ਜਾਨ ਲਈ ਖਤਰਾ ਖੜਾ ਕਰ ਦਿੰਦਾ ਹੈ। ਡੰਡੀ ਸਟਾਰਟ ਬਰਤਾਨੀਆ ਦੇ ਪ੍ਰਧਾਨ ਮੰਤਰੀ ਸ਼੍ਰੀਮਤੀ ਮਾਰਗਰੇਟ ਥੈਚਰ ਆਪਣੇ ਦੇਸ਼ ਦੇ ਮੁਖੀ ਦੇ ਤੌਰ 'ਤੇ ਕੱਲ੍ਹ ਪਹਿਲੀ ਵਾਰ ਭਾਰਤ ਪਹੁੰਚ ਰਹੇ ਹਨ। ਡੰਡੀ ਉਹ ਇਸ ਤੋਂ ਪਹਿਲਾਂ ਵੀ 2 ਵਾਰੀ ਭਾਰਤ ਆ ਚੁੱਕੇ ਹਨ। 1973 ਵਿੱਚ ਜਦੋਂ ਉਹ ਬਰਤਾਨੀਆ ਦੇ ਵਿੱਦਿਆ ਮੰਤਰੀ ਸਨ ਅਤੇ 1976 ਵਿੱਚ ਜਦੋਂ ਉਹ ਬਰਤਾਨਵੀ ਪਾਰਲੀਮੈਂਟ ਵਿੱਚ ਵਿਰੋਧੀ ਦਲ ਦੇ ਨੇਤਾ ਸਨ। ਡੰਡੀ ਦੋਵੇਂ ਵਾਰੀ ਉਹਨਾਂ ਦੀ ਮੁਲਾਕਾਤ ਸ਼੍ਰੀਮਤੀ ਇੰਦਰਾ ਗਾਂਧੀ ਨਾਲ ਹੋਈ ਸੀ। ਡੰਡੀ 1978 ਵਿੱਚ ਸ਼੍ਰੀਮਤੀ ਗਾਂਧੀ ਫਿਰ ਉਹਨਾਂ ਨੂੰ ਲੰਦਨ ਵਿੱਚ ਮਿਲੇ ਸਨ ਅਤੇ ਉਸ ਪਿੱਛੋਂ ਬੈਲਗ੍ਰੇਡ ਵਿੱਚ ਪ੍ਰਧਾਨ ਟੀਟੋ ਦੇ ਅੰਤਮ ਸੰਸਕਾਰ ਸਮੇਂ ਵੀ ਉਹ ਮਿਲੇ ਸਨ। ਡੰਡੀ ਆਸ ਕੀਤੀ ਜਾਂਦੀ ਹੈ ਕਿ ਦੋਹਾਂ ਦੇਸ਼ਾਂ ਦੇ ਇਸਤਰੀ ਨੇਤਾ ਮਹੱਤਵਪੂਰਨ ਅੰਤਰਰਾਸ਼ਟਰੀ ਮਾਮਲਿਆਂ ਬਾਰੇ ਵਿਚਾਰ ਵਟਾਂਦਰਾ ਕਰਨਗੇ। ਡੰਡੀ ਕਈ ਮਸਲਿਆਂ ਉੱਤੇ ਉਹਨਾਂ ਵਿਚਕਾਰ ਮਤਭੇਦ ਵੀ ਹਨ। ਡੰਡੀ ਸ਼੍ਰੀਮਤੀ ਥੈਚਰ ਨੂੰ ਬਹੁਤ ਮਜ਼ਬੂਤ ਨੇਤਾ ਸਮਝਿਆ ਜਾਂਦਾ ਹੈ, ਜਦਕਿ ਸ਼੍ਰੀਮਤੀ ਗਾਂਧੀ ਵੀ ਉਹਨਾਂ ਨਾਲੋਂ ਘੱਟ ਨਹੀਂ ਹਨ। ਡੰਡੀ ਰਾਜਸੀ ਹਲਕਿਆਂ ਦਾ ਖਿਆਲ ਹੈ ਕਿ ਇਸ ਗੱਲਬਾਤ ਦੇ ਦੌਰਾਨ ਅਫਗਾਨਿਸਤਾਨ ਦੀ ਸਮੱਸਿਆ ਅਮਰੀਕਾ ਨਾਲੋਂ ਪਾਕਿਸਤਾਨ ਨੂੰ ਹਥਿਆਰਾਂ ਦੀ ਸਪਲਾਈ, ਖਾੜੀ ਅਤੇ ਹਿੰਦ ਮਹਾਸਾਗਰ ਵਿੱਚ ਵੱਡੀਆਂ ਤਾਕਤਾਂ ਦੇ ਫੌਜੀ ਅੱਡੇ, ਪੂਰਬੀ ਅਤੇ ਪੱਛਮੀ ਦੇਸ਼ਾਂ ਦੇ ਸਬੰਧ ਅਤੇ ਹੋਰ ਅੰਤਰਰਾਸ਼ਟਰੀ ਸਮੱਸਿਆਵਾਂ ਉੱਤੇ ਵਿਚਾਰ ਵਟਾਂਦਰਾ ਹੋਵੇਗਾ। ਡੰਡੀ ਸ਼੍ਰੀਮਤੀ ਥੈਚਰ ਪਿੱਛੇ ਜਿਹੇ ਅਮਰੀਕਾ ਹੋ ਕੇ ਆਏ ਹਨ। ਡੰਡੀ ਉਹ ਪ੍ਰਧਾਨ ਰੀਗਨ ਨਾਲ ਹੋਈ
ਗੱਲਬਾਤ ਬਾਰੇ ਸ਼੍ਰੀਮਤੀ ਗਾਂਧੀ ਨੂੰ ਸੁਚੇਤ ਕਰਨਗੇ ਡੰਡੀ। ਇਸ ਗੱਲਬਾਤ ਦਾ ਮਹੱਤਵ ਪ੍ਰਧਾਨ ਰੀਗਨ ਦੀ ਸਰਕਾਰ ਵੱਲੋਂ ਪਾਕਿਸਤਾਨ ਨੂੰ ਹੋਰ ਫੌਜੀ ਇਮਦਾਦ ਦੇਣ ਕਾਰਨ ਹੋਰ ਵੀ ਵੱਧ ਗਿਆ ਹੈ। ਡੰਡੀ। ਭਾਰਤ ਸਰਕਾਰ ਬਰਤਾਨੀਆ ਵੱਲੋਂ ਅੰਤਰਰਾਸ਼ਟਰੀ ਖੇਤਰ ਵਿੱਚ ਵਧੇਰੇ ਅਸਰ ਭਰਪੂਰ ਰੋਲ ਅਦਾ ਕਰਨ ਦੀ ਆਸ ਰੱਖਦੀ ਹੈ। ਡੰਡੀ। ਖਾਸ ਤੌਰ 'ਤੇ ਫਰਾਂਸ, ਪੱਛਮੀ ਜਰਮਨੀ ਅਤੇ ਕੁਝ ਹੋਰ ਦੇਸ਼ਾਂ ਬਾਰੇ ਜੋ ਯੂਰਪੀਅਨ ਇਕਨੋਮਿਕ ਕਮਿਊਨਿਟੀ ਦੇ ਮੈਂਬਰ ਹਨ। ਬਰਤਾਨੀਆ, ਫਰਾਂਸ ਅਤੇ ਪੱਛਮੀ ਜਰਮਨੀ ਕਿਸੇ ਵੱਡੀ ਤਾਕਤ ਨਾਲ ਜੁੜ ਜਾਣਾ ਚਾਹੁੰਦੇ ਹਨ। ਡੰਡੀ। ਭਾਰਤ ਸਰਕਾਰ ਇਸ ਗੱਲ ਨੂੰ ਪਸੰਦ ਨਹੀਂ ਕਰੇਗੀ ਕਿ ਸ਼੍ਰੀਮਤੀ ਥੈਚਰ ਭਾਰਤ ਅਤੇ ਅਮਰੀਕੀ ਨੀਤੀ ਬਾਰੇ ਆਪਣਾ ਪੱਖ ਬਦਲਣ ਦੀ ਵਕਾਲਤ ਕਰਨ। ਡੰਡੀ। ਸਗੋਂ ਇਸ ਦੇ ਉਲਟ ਭਾਰਤ ਚਾਹੁੰਦਾ ਹੈ ਕਿ ਅੱਜ ਦੀ ਅੰਤਰਰਾਸ਼ਟਰੀ ਸਥਿਤੀ ਬਾਰੇ ਭਾਰਤ ਦਾ ਜੋ ਪੱਖ ਹੈ, ਸ਼੍ਰੀਮਤੀ ਥੈਚਰ ਉਸ ਉੱਤੇ ਖੁੱਲ੍ਹੇ ਦਿਲ ਨਾਲ ਵਿਚਾਰ ਕਰੇ। ਡੰਡੀ। ਇਸ ਸਬੰਧ ਵਿੱਚ ਸ਼੍ਰੀਮਤੀ ਗਾਂਧੀ ਅਤੇ ਉਹਨਾਂ ਦੇ ਸਲਾਹਕਾਰ ਦਾ ਦ੍ਰਿਸ਼ਟੀਕੋਣ ਬੜਾ ਸਪਸ਼ਟ ਹੈ ਅਤੇ ਅਫਗਾਨਿਸਤਾਨ ਸੰਬੰਧੀ ਉਹਨਾਂ ਦੇ ਵਿਚਾਰ ਵਿੱਚ ਕੋਈ ਸ਼ੱਕ ਨਹੀਂ ਹੈ। ਡੰਡੀ। ਭਾਰਤ ਸਰਕਾਰ ਇਸ ਗੱਲ ਨੂੰ ਕਦੇ ਵੀ ਪਸੰਦ ਨਹੀਂ ਕਰਦਾ ਕਿ ਅਮਰੀਕਾ ਅਫਗਾਨਿਸਤਾਨ ਦੀ ਸਮੱਸਿਆ ਵਿੱਚ ਦਖਲ ਦੇਵੇ ਅਤੇ ਪਾਕਿਸਤਾਨ ਨੂੰ ਹਥਿਆਰ ਸਪਲਾਈ ਕਰੇ, ਕਿਉਂਕਿ ਇਸ ਨਾਲ ਦੁਨੀਆ ਦੇ ਇਸ ਹਿੱਸੇ ਵਿੱਚ ਅਸਥਿਰਤਾ ਦੀ ਹਾਲਤ ਪੈਦਾ ਹੋ ਜਾਵੇਗੀ। ਡੰਡੀ। ਸ਼੍ਰੀਮਤੀ ਗਾਂਧੀ ਨੇ ਜਨੇਵਾ ਵਿਖੇ ਵਰਲਡ ਹੈਲਥ ਅਸੈਂਬਲੀ ਨੂੰ ਸੰਬੋਧਨ ਕਰਦੇ ਹੋਏ ਵੰਗਾਰਿਆ ਕਿ ਬਿਮਾਰੀਆਂ ਦੇ ਖਾਤਮੇ ਅਤੇ ਸਿਹਤ ਵਿੱਚ ਇਨਕਲਾਬ ਲਿਆਉਣ ਲਈ ਇੱਕ ਜ਼ੋਰਦਾਰ ਮੁਹਿੰਮ ਸ਼ੁਰੂ ਕੀਤੀ ਜਾਵੇ। ਡੰਡੀ। ਉਹਨਾਂ ਨੇ ਆਪਣੇ ਭਾਸ਼ਣ ਵਿੱਚ ਇਸ ਸੰਕਲਪ ਨੂੰ ਦੁਹਰਾਇਆ ਕਿ ਸੰਸਾਰ ਨੂੰ ਵਧੇਰੇ ਚੰਗਾ ਬਣਾਉਣ ਲਈ ਡਾਕਟਰੀ ਖੋਜ ਨੂੰ ਪਾਏਦਾਰ ਕਰਨ ਦੀਆਂ ਪਾਬੰਦੀਆਂ ਹਟਾ ਦਿੱਤੀਆਂ ਜਾਣ ਅਤੇ ਲੋਕਾਂ ਦਾ ਜੀਵਨ ਬਚਾਉਣ ਲਈ ਮੁਨਾਫੇਖੋਰੀ ਖਤਮ ਕੀਤੀ ਜਾਵੇ। ਡੰਡੀ। ਸਿਹਤ ਬਾਰੇ ਇਸ ਸੰਕਲਪ ਨੂੰ ਜਿੰਨੀ ਛੇਤੀ ਅਮਲੀ ਤੌਰ 'ਤੇ ਲਾਗੂ ਕੀਤਾ ਜਾਵੇਗਾ, ਓਨਾ ਹੀ ਵਿਕਾਸਸ਼ੀਲ ਦੇਸ਼ਾਂ ਲਈ ਅਤੇ ਖਾਸ ਤੌਰ 'ਤੇ ਭਾਰਤ ਲਈ ਲਾਭਦਾਇਕ ਸਾਬਤ ਹੋਵੇਗਾ, ਜਿੱਥੇ ਵੱਡੇ ਵੱਡੇ ਦਵਾਈਆਂ ਬਣਾਉਣ ਵਾਲੇ ਬਹੁਕੌਮੀ ਅਦਾਰੇ ਆਪਣੀ ਇਜਾਰੇਦਾਰੀ ਬਣਾਈ ਬੈਠੇ ਹਨ, ਜੋ ਹੁਣ ਸਕੈਂਡਲ ਦਾ ਰੂਪ ਧਾਰਨ ਕਰ ਗਈ ਹੈ। ਡੰਡੀ। ਸਰੀਰਕ ਬਿਮਾਰੀਆਂ ਤੋਂ ਮਨੁੱਖ ਨੂੰ ਪੂਰੇ ਤੌਰ 'ਤੇ ਮੁਕਤ ਕਰਨਾ ਤਾਂ ਸ਼ਾਇਦ ਸੰਭਵ ਨਾ ਹੋਵੇ, ਭਾਵੇਂ ਸਾਇੰਸ ਅਤੇ ਦਵਾਈਆਂ ਦੇ ਖੇਤਰ ਵਿੱਚ ਬਹੁਤ ਉੱਨਤੀ ਹੋਈ ਹੈ, ਪਰ ਦਵਾਈਆਂ ਨੂੰ ਪਾਏਦਾਰ ਬਣਾ ਕੇ ਉਸ ਵਿੱਚ ਹੋ ਰਹੀ ਮੁਨਾਫਾਖੋਰੀ ਨੂੰ ਰੋਕਿਆ ਜਾ ਸਕਦਾ ਹੈ। ਡੰਡੀ। ਦਵਾਈਆਂ ਬਣਾਉਣ ਵਾਲੀਆਂ ਫਰਮਾਂ ਕੋਲ ਦਵਾਈਆਂ ਵੇਚਣ ਵਾਲੇ ਏਜੰਟਾਂ, ਵਪਾਰੀਆਂ ਅਤੇ ਪ੍ਰਸ਼ਾਸਨ ਦੇ ਮਾਹਿਰਾਂ ਦਾ ਇੱਕ ਜ਼ਬਰਦਸਤ ਜਾਲ ਮੌਜੂਦ ਹੈ। ਡੰਡੀ। ਇਹਨਾਂ ਸ਼ਕਤੀਸ਼ਾਲੀ ਇਜਾਰੇਦਾਰਾਂ ਨੇ ਡਾਕਟਰੀ ਦੇ ਇਲਾਜ ਵਿੱਚ ਬਹੁਤ ਹੱਦ ਤੱਕ ਆਪਣੀ ਇਜਾਰੇਦਾਰੀ ਕਾਇਮ ਕੀਤੀ ਹੋਈ ਹੈ ਅਤੇ ਉਹ ਸਾਰੇ ਦੇਸ਼ ਵਿੱਚ ਦਵਾਈਆਂ ਬਣਾਉਣ ਦੇ ਕੰਮ ਵਿੱਚ ਰੁਕਾਵਟ ਪਾਉਂਦੇ ਹਨ। ਡੰਡੀ। ਦਵਾਈਆਂ ਦੇ ਪ੍ਰਚਾਰ ਦਾ ਇਹ ਕੰਮ ਬਹੁਤ ਭਾਰੀ ਖਰਚੇ ਨਾਲ ਆਧੁਨਿਕ ਤਕਨੀਕ ਅਤੇ ਦਵਾਈਆਂ ਅਤੇ ਡਾਕਟਰੀ ਇਲਾਜ ਪ੍ਰਤੀ ਇੰਨੀ ਹੁਸ਼ਿਆਰੀ ਨਾਲ ਕੀਤਾ ਜਾਂਦਾ ਹੈ ਕਿ ਲੋਕਾਂ ਨੂੰ ਇਹ ਖਰਚਾ ਮਜਬੂਰ ਹੋ ਕੇ ਬਰਦਾਸ਼ਤ ਕਰਨਾ ਪੈਂਦਾ ਹੈ। ਹਾਲਾਂਕਿ ਇਹ ਦੇਸ਼ ਮਾਲੀ ਤੌਰ 'ਤੇ ਬਹੁਤ ਹੀ ਕਮਜ਼ੋਰ ਹੈ। ਡੰਡੀ। ਇਹ ਪ੍ਰਚਾਰ ਇੰਨਾ ਚੰਗੇ ਢੰਗ ਨਾਲ ਅਖਬਾਰਾਂ ਅਤੇ ਹੋਰ ਸਾਧਨਾਂ ਰਾਹੀਂ ਕੀਤਾ ਜਾਂਦਾ ਹੈ ਕਿ
ਲੋਕ ਮਾਨਸਿਕ ਤੌਰ 'ਤੇ ਦੇਸੀ ਇਲਾਜ ਦੇ ਤਰੀਕੇ ਛੱਡੀ ਜਾਂਦੇ ਹਨ। ਭਾਵੇਂ ਪੱਛਮੀ ਦੇਸ਼ਾਂ ਵਿੱਚ ਬਣੀਆਂ ਹੋਈਆਂ ਦਵਾਈਆਂ ਭਾਰਤੀ ਹਾਲਾਤ ਨਾਲ ਮੇਲ ਨਹੀਂ ਖਾਂਦੀਆਂ। ਡੰਡੀ ਭਰਾ ਦਵਾਈਆਂ ਬਣਾਉਣ ਵਾਲੇ ਬਹੁਤੇ ਅੰਤਰਰਾਸ਼ਟਰੀ ਅਦਾਰੇ ਜੋ ਕਿ ਨਾ ਕੇਵਲ ਮਹੱਤਵਪੂਰਨ ਦਵਾਈਆਂ ਵਿੱਚ ਮੁਹਾਰਤ ਪ੍ਰਾਪਤ ਕਰਦੇ ਹਨ, ਸਗੋਂ ਆਪਣੀਆਂ ਦਵਾਈਆਂ ਦੀ ਕੀਮਤ ਇੰਨੀ ਵਧੇਰੇ ਨਿਸ਼ਚਿਤ ਕਰਦੇ ਹਨ ਕਿ ਉਸ ਨਾਲ ਵਿਕਾਸਸ਼ੀਲ ਦੇਸ਼ਾਂ ਦੀ ਆਰਥਿਕਤਾ ਨੂੰ ਖਤਰਾ ਪੈਦਾ ਹੋ ਰਿਹਾ ਹੈ ਅਤੇ ਇਹਨਾਂ ਮਹਿੰਗੀਆਂ ਦਵਾਈਆਂ ਦੇ ਤਜਰਬੇ ਗਰੀਬ ਲੋਕਾਂ ਦੇ ਜੀਵਨ ਨੂੰ ਖਤਰੇ ਵਿੱਚ ਪਾ ਕੇ ਕੀਤੇ ਜਾਂਦੇ ਹਨ। ਡੰਡੀ ਕਈ ਦੇਸ਼ਾਂ ਦੇ ਡਾਕਟਰੀ ਅਧਿਕਾਰੀਆਂ ਨੇ ਇਹਨਾਂ ਦਵਾਈਆਂ ਦੀ ਵਰਤੋਂ ਉੱਤੇ ਪਾਬੰਦੀ ਲਗਾ ਦਿੱਤੀ ਹੈ। ਡੰਡੀ ਇਸੇ ਤਰ੍ਹਾਂ ਤੀਜੇ ਸੰਸਾਰ ਦੇ ਲੋਕਾਂ ਨੂੰ ਦਵਾਈਆਂ ਦੇ ਤਜਰਬਿਆਂ ਲਈ ਚੀਰ ਫਾੜ ਕਰਨ ਲਈ ਵਰਤਿਆ ਜਾਂਦਾ ਹੈ, ਕਿਉਂਕਿ ਇਹਨਾਂ ਖਿੱਤਿਆਂ ਵਿੱਚ ਮਨੁੱਖੀ ਜੀਵਨ ਬਹੁਤ ਸਸਤਾ ਹੈ। ਡੰਡੀ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਅਨੇਕਾਂ ਸਮੱਸਿਆਵਾਂ ਨਾਲ ਗ੍ਰਸਤ ਰਿਹਾ ਹੈ, ਜਿਨ੍ਹਾਂ ਨੂੰ ਵਾਰੀ-ਵਾਰੀ ਸੂਬੇ ਦੀਆਂ ਸਿਆਸੀ ਪਾਰਟੀਆਂ ਨੇ ਚੋਣਾਂ 'ਚ ਮੁੱਖ ਮੁੱਦੇ ਵਜੋਂ ਉਭਾਰ ਕੇ ਇਹਨਾਂ ਦੇ ਹੱਲ ਲਈ ਲੋਕਾਂ ਸਾਹਮਣੇ ਮਗਰਮੱਛ ਦੇ ਹੰਝੂ ਵਹਾ ਕੇ ਸੱਤਾ ਦਾ ਸੁੱਖ ਖੂਬ ਭੋਗਿਆ, ਪਰ ਸਮੱਸਿਆਵਾਂ ਜਿਉਂ ਦੀ ਤਿਉਂ ਬਰਕਰਾਰ ਰਹੀਆਂ। ਡੰਡੀ ਇਹਨਾਂ 'ਚੋਂ ਕਿਸੇ ਦਾ ਵੀ ਹੱਲ ਨਹੀਂ ਨਿਕਲ ਸਕਿਆ। ਡੰਡੀ ਨਸ਼ਾ, ਰੇਤ ਮਾਫੀਆ, ਕਿਸਾਨ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ, ਬੇਰੁਜ਼ਗਾਰੀ ਅਤੇ ਮਹਿੰਗੀ ਬਿਜਲੀ ਆਦਿ ਅਜਿਹੇ ਮਸਲੇ ਹਨ ਜਿਨ੍ਹਾਂ ਨੂੰ ਹੱਲ ਕਰਨ ਦੀ ਥਾਂ ਰਵਾਇਤੀ ਪਾਰਟੀਆਂ ਨੇ ਹੋਰ ਉਲਝਾਇਆ ਹੈ। ਡੰਡੀ ਅਗਲੇ ਸਾਲ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਹਨ। ਡੰਡੀ ਇਸ ਲਈ 4.5 ਸਾਲ ਤੱਕ ਠੰਡੇ ਬਸਤੇ 'ਚ ਪਏ ਸੂਬੇ ਦੇ ਅਹਿਮ ਮਸਲੇ ਫਿਰ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਲੋਕਾਂ ਦਾ ਧਿਆਨ ਖਿੱਚਣ ਲਈ ਉਭਾਰੇ ਤੇ ਪ੍ਰਸਾਰੇ ਜਾ ਰਹੇ ਹਨ। ਡੰਡੀ ਪਰ ਪੜ੍ਹੇ ਲਿਖੇ ਲੋਕ ਤੇ ਚਿੰਤਕ ਬੇਹੱਦ ਨਾਉਮੀਦ ਨਜ਼ਰ ਆ ਰਹੇ ਹਨ ਕਿ ਇਹਨਾਂ ਮਸਲਿਆਂ ਦਾ ਹੱਲ ਹੋਣ ਦੀ ਥਾਂ ਸਿਆਸੀਕਰਨ ਹੀ ਹੁੰਦਾ ਰਹੇਗਾ। ਡੰਡੀ ਨਸ਼ੇ ਦੇ ਪ੍ਰਚਲਨ ਨੂੰ ਲੈ ਕੇ ਸਿਆਸੀ ਪਾਰਟੀਆਂ ਇਸ ਦੇ ਪ੍ਰਸਾਰ ਲਈ ਸਰਕਾਰ 'ਤੇ ਇਸ ਨੂੰ ਸ਼ਹਿ ਦੇਣ ਦਾ ਦੋਸ਼ ਲਗਾ ਰਹੀਆਂ ਹਨ ਤੇ ਸਰਕਾਰ ਪਿਛਲੀ ਅਕਾਲੀ ਭਾਜਪਾ ਗੱਠਜੋੜ ਦੇ ਸਿਰ ਭਾਂਡਾ ਭੰਨ ਕੇ ਜ਼ਿੰਮੇਵਾਰੀ ਤੋਂ ਪਾਸਾ ਵੱਟ ਰਹੀ ਹੈ। ਡੰਡੀ ਪਹਿਲਾਂ ਪੰਜਾਬ 'ਚ ਰੋਜ਼ਾਨਾ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਦੀਆਂ ਖਬਰਾਂ ਆਉਂਦੀਆਂ ਸਨ, ਪਰ ਹੁਣ ਇਸ ਦੇ ਨਾਲ ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਨੌਜਵਾਨਾਂ ਦੀਆਂ ਮੌਤਾਂ ਅਖਬਾਰਾਂ ਦੀਆਂ ਸੁਰਖੀਆਂ ਬਣ ਰਹੀਆਂ ਹਨ। ਡੰਡੀ ਲੋਕਤੰਤਰ 'ਚ ਲੋਕਾਂ ਦਾ ਕੰਮ ਵੋਟ ਕੇ ਅਜਿਹੇ ਨੁਮਾਇੰਦੇ ਚੁਣਨਾ ਹੁੰਦਾ ਹੈ ਜੋ ਉਹਨਾਂ ਨੂੰ ਸਾਫ ਸੁਥਰਾ ਪ੍ਰਸ਼ਾਸਨ ਤੇ ਸਾਵਾਂ ਪੱਧਰਾ ਵਾਤਾਵਰਨ ਮੁਹੱਈਆ ਕਰਵਾ ਸਕਣ। ਡੰਡੀ ਜਦ ਆਮ ਲੋਕਾਂ ਦੀਆਂ ਵੋਟਾਂ ਲੈ ਕੇ ਚੁਣੀਆਂ ਸਰਕਾਰਾਂ ਦੇ ਸ਼ਾਸਨ 'ਚ ਲੋਕ ਭੁੱਖ ਹੱਥੋਂ ਤੰਗ ਆ ਕੇ ਜਾਂ ਫਿਰ ਨਸ਼ਿਆਂ ਨਾਲ ਮਰਦੇ ਹਨ ਤਾਂ ਅਜਿਹੇ ਸ਼ਾਸਨ ਪ੍ਰਬੰਧ 'ਤੇ ਉਂਗਲ ਉੱਠਣੀ ਲਾਜ਼ਮੀ ਹੈ। ਡੰਡੀ ਜੇਕਰ ਸਰਕਾਰ ਨਸ਼ਾ ਖਤਮ ਕਰਨ 'ਚ ਅਸਮਰੱਥ ਹੈ ਤਾਂ ਫਿਰ
ਇਸ 'ਤੇ ਹੋਰ ਕੌਣ ਲਗਾਮ ਲਗਾਏਗਾ। ਡੰਡੀ ਲੰਘੇ ਸਮੇਂ 'ਚ ਅੰਮ੍ਰਿਤਸਰ, ਖੰਨਾ, ਪਟਿਆਲਾ ਸਮੇਤ ਕਈ ਥਾਵਾਂ ਤੋਂ ਨਕਲੀ ਸ਼ਰਾਬ ਦੀਆਂ ਫੈਕਟਰੀਆਂ ਤੇ ਹੋਰ ਨਸ਼ੇ ਦੀਆਂ ਖੇਪਾਂ ਫੜੀਆਂ ਗਈਆਂ। ਡੰਡੀ ਇਹਨਾਂ 'ਚ ਸੱਤਾ ਧਿਰ ਦੇ ਆਗੂਆਂ, ਪੁਲਿਸ ਅਧਿਕਾਰੀਆਂ ਤੇ ਹੋਰ ਸਿਆਸੀ ਆਗੂਆਂ ਦੀ ਸ਼ਮੂਲੀਅਤ ਦੇ ਖੁਲਾਸੇ ਹੋਏ, ਪਰ ਇਹਨਾਂ 'ਤੇ ਕਾਰਵਾਈ ਲੋਕਾਂ ਦੀਆਂ ਅੱਖਾਂ 'ਚ ਧੂੜ ਝੋਕਣ ਦੇ ਬਰਾਬਰ ਹੋਈ। ਡੰਡੀ